बदल कहरे, तोड़े तलाबा उत्तों पैरे, छण के जुल्म दे बदल कहरे, बोल लाते गूंगे बहरे, राज दी गल समझा दित्ती। पहला कुट पानी दा भर के सुती कौम जगा दित्ती, पहला कुट भीम ने भर के सुती कौम जगा दित्ती, पहला कुट भीम ने भर के सुती कौम जगा दित्ती, भीम ने कौम जगा दित्ती। मनु सिमरती नू अग लाई, करती जो सी नित तबाई, मनु सिमरती नू अग लाई, करती जो सी नित तबाई, पाके पेंट कोट ते टाई, रोब दी टांग जमा दित्ती। पहला कुट पानी दा भर के सुती कौम जगा दित्ती, पहला कुट भीम ने भर के सुती कौम जगा दित्ती, पहला कुट भीम ने भर के सुती कौम जगा दित्ती, भीम ने कौम जगा दित्ती। योधा जा लंडन विच गजया, ऐसा अणख दा झंडा कट्टिया, योधा जा लंडन विच गजया, ऐसा अणख दा झंडा कट्टिया, गांधी बोलण जो गानी छड्डिया, बोलती बंद करा दित्ती। पहला कुट पानी दा भर के सुती कौम जगा दित्ती, पहला कुट भीम ने भर के सुती कौम जगा दित्ती, पहला कुट भीम ने भर के सुती कौम जगा दित्ती, भीम ने कौम जगा दित्ती। जदों सी जुल्म कमाउंदे जाबर, लैके दित्ते हक बराबर, जदों सी जुल्म कमाउंदे जाबर, लैके दित्ते हक बराबर, ताइयों मिलिया कौम नू आदर, गुੱਟ सिखर चढ़ा दित्ती। संत बाबा जसपाल जी चिश्ती सरकार पहुंचे ने, ਅਸੀਂ ਉਹਨਾਂ ਦਾ ਵੀ ਧੰਮਾ ਫੈਡਰੇਸ਼ਨ ਆਫ ਇੰਡੀਆ ਤੋਂ ਦਿਲ ਦੀਆਂ ਗਹਿਰਾਈਆਂ 'ਚੋਂ ਕੋਟਨ ਕੋਟ ਧੰਨਵਾਦ ਕਰਦੇ ਹਾਂ। ਇਸੇ ਤਰ੍ਹਾਂ ਭਾਂਤੇ ਸੰਘ ਪ੍ਰਿਆ ਜੀ, ਭਾਂਤੇ ਅਮਰ ਕੀਰਤੀ ਜੀ ਸਾਡੇ ਦਰਮਿਆਨ ਪਹੁੰਚੇ ਨੇ, ਅਸੀਂ ਇਹਨਾਂ ਦਾ ਆਇਆਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਕੋਟਨ ਕੋਟ ਧੰਨਵਾਦ ਕਰਦੇ ਹਾਂ। ਔਰ ਹੋਰ ਵੀ ਬਹੁਤ ਸਾਰੇ ਸਾਥੀ ਅੱਜ ਸਾਡੇ ਫੰਕਸ਼ਨ ਦੇ ਵਿੱਚ ਆਏ, ਔਰ ਇਹਨਾਂ ਦਾ ਕੋਟਨ ਕੋਟ ਧੰਨਵਾਦ। ਸਾਥੀਓ, ਅਸ਼ੋਕ ਵਿਜੇ ਦਸ਼ਮੀ ਅਸੀਂ ਹਰ ਸਾਲ ਦੀ ਤਰ੍ਹਾਂ ਕਰਵਾਉਂਦੇ ਆ ਰਹੇ ਹਾਂ, ਔਰ ਪਿਛਲੇ 2007 ਤੋਂ ਅਸੀਂ ਸ਼ੁਰੂਆਤ ਕੀਤੀ ਸੀ, ਜੋ ਪੰਜਾਬ ਦੇ ਵਿੱਚ ਔਰ ਅੱਜ ਪੰਜਾਬ ਦੇ ਵਿੱਚ ਹੋਰ ਵੀ ਥਾਂ ਦੇ ਉੱਤੇ ਅਸ਼ੋਕਾ ਵਿਜੇ ਦਸ਼ਮੀ ਹੈ ਜਿਹੜੀ, ਉਹਦੇ ਤਿਉਹਾਰ ਮਨਾਉਣੇ ਸ਼ੁਰੂ ਹੋ ਗਏ। ਤੋ ਜਿਹੜੀ ਪਹਿਲ ਸੀ ਇਹ ਧੰਮਾ ਫੈਡਰੇਸ਼ਨ ਆਫ ਇੰਡੀਆ ਦੇ ਮਾਧਿਅਮ ਤੋਂ ਕੀਤੀ ਗਈ ਸੀ, ਜਿਹਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਨੇ ਜਿਸ ਤਰ੍ਹਾਂ ਕਿਹਾ ਸੀ ਕਿ ਜਿਹੜੇ ਲੋਕ ਆਪਣਾ ਇਤਿਹਾਸ ਨਹੀਂ ਜਾਣਦੇ ਉਹ ਲੋਕ ਆਪਣਾ ਇਤਿਹਾਸ ਸਿਰਜ ਨਹੀਂ ਸਕਦੇ, ਔਰ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਪਹਿਲ ਕਦਮ ਜੋ ਅਸੀਂ ਧੰਮਾ ਫੈਡਰੇਸ਼ਨ ਆਫ ਇੰਡੀਆ ਨੇ ਕੀਤਾ, ਜਿਹਦੇ ਵਿੱਚ ਆਪਣੇ ਇਤਿਹਾਸ ਨੂੰ ਸਮਾਜ ਨੂੰ ਜਾਣੂ ਕਰਾਉਣ ਦੇ ਲਈ ਬਹੁਜਨ ਸਮਾਜ ਨੂੰ ਇਹ ਜਿਹੜਾ ਸੀ ਮੂਵਮੈਂਟ ਉਠਾਈ, ਜਿਹਦੇ ਵਿੱਚ ਲੰਬੇ ਸਮੇਂ ਤੋਂ ਅਸੀਂ ਜੋ ਹੈ ਪ੍ਰੋਗਰਾਮ ਕਰਦੇ ਆ ਰਹੇ ਹਾਂ। ਔਰ ਅਸ਼ੋਕ ਵਿਜੇ ਦਸ਼ਮੀ ਦੇ ਉੱਤੇ ਸਮਰਾਟ ਅਸ਼ੋਕ ਜੀ ਦਾ ਜੋ ਪ੍ਰਬੁੱਧ ਭਾਰਤ ਸੀ ਉਸ ਦੇ ਬਾਰੇ ਸਮਾਜ ਨੂੰ ਨਿਰੰਤਰ ਜਿਹੜਾ ਆ ਉਹ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਕਸਬਿਆਂ 'ਚ ਜਾ ਕੇ ਜਿਹੜਾ ਸਮਾਜ ਨੂੰ ਜਾਗਰੂਕ ਕਰ ਰਹੇ ਹਾਂ। ਔਰ ਅੱਜ ਦੇ ਦਿਨ ਦੇ ਉੱਤੇ ਸਾਡੇ ਕੋਲ ਬਹੁਤ ਹੀ ਬੁੱਧੀਜੀਵੀ ਸਾਥੀ ਮਾਣਯੋਗ ਡੀ ਕਲਿਆਣੀ ਜੀ ਅੰਮ੍ਰਿਤਸਰ ਤੋਂ, ਫੂਲੇ ਅੰਬੇਡਕਰੀ ਕਾਰਜਕਰਤਾ ਵੀ ਪਹੁੰਚ ਰਹੇ ਹਨ। ਇਸੇ ਤਰ੍ਹਾਂ
ਸਦੀਰ ਸਿੰਘ ਰਾਜ ਜੀ ਜੋ ਦਿੱਲੀ ਤੋਂ ਨੇ, ਇੰਜੀਨੀਅਰ ਸਦੀਰ ਸਿੰਘ ਰਾਜ ਜੀ ਉਹ ਵੀ ਪਹੁੰਚ ਰਹੇ ਹਨ। ਇਸੇ ਤਰ੍ਹਾਂ ਕਰਮਵੀਰ ਸਿੰਘ ਜੀ ਦਿੱਲੀ ਤੋਂ, ਹਰਿਆਣੇ ਤੋਂ, ਪਨਵੇਲ ਤੋਂ, ਉਹ ਵੀ ਸਾਡੇ ਵਿਚਕਾਰ ਪਹੁੰਚ ਰਹੇ ਹਨ। ਇਸੇ ਤਰ੍ਹਾਂ ਹੇਮਰਾਜ ਸਿੰਘ ਜੀ, ਕੁਲਦੀਪ ਸਿੰਘ ਜੀ ਹਿਸਾਰ, ਉਹ ਵੀ ਆਪਣੇ ਸਾਥੀ ਸਾਡੇ ਕੋਲ ਆ ਕੇ ਬੁੱਧੀਜੀਵੀ ਆਪਣੇ ਵਿਚਾਰ ਪੇਸ਼ ਕਰਨਗੇ। ਤੋ ਸਾਥੀਓ, ਅਸ਼ੋਕਾ ਵਿਜੈ ਦਸ਼ਮੀ ਜੋ ਹੈ ਸਾਨੂੰ ਉਸ ਦੇ ਉੱਤੇ ਜਾਣੂ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਮਾਜ ਦੇ ਵਿੱਚ ਅਸੀਂ ਤਦ ਹੀ ਤਰੱਕੀ ਕਰ ਸਕਦੇ ਹਾਂ, ਤਦ ਹੀ ਅਸੀਂ ਆਪਣੇ ਸਮਾਜ ਦੇ ਵਿੱਚ ਨਵੇਂ ਬੱਚਿਆਂ ਨੂੰ ਤਿਆਰ ਕਰ ਸਕਦੇ ਹਾਂ, ਜੇਕਰ ਅਸੀਂ ਆਪਣੇ ਬੱਚਿਆਂ ਨੂੰ ਜਿਹੜੀ ਹੈ ਆਪਣੇ ਇਤਿਹਾਸ ਤੋਂ ਜਾਣੂ ਕਰਵਾਈਏ। ਜਦੋਂ ਵੀ ਇੱਕ ਕਹਾਵਤ ਬੋਲੀ ਜਾਂਦੀ ਹੈ ਪੰਜਾਬ ਦੇ ਵਿੱਚ ਆਮ ਤੌਰ 'ਤੇ, ਕਹਿੰਦੇ ਅਗਰ ਜਿਹੜੀ ਦਾਲ ਆ ਉਹਨੂੰ ਜੇ ਦਲ ਕੇ ਬੀਜਿਆ ਜਾਵੇ ਤਾਂ ਉਹ ਕਦੀ ਉੱਗਦੀ ਨਹੀਂ ਹੈ, ਅਗਰ ਦਾਲ ਨੂੰ ਸਾਬਤ ਬੀਜਿਆ ਜਾਵੇ ਤਾਂ ਉਹ ਜਿਹੜੀ ਆ ਦਾਣਾ ਪੁੰਗਰਦਾ ਹੈ। ਤੋ ਸਾਡੀ ਧੰਮਾ ਫੈਡਰੇਸ਼ਨ ਆਫ ਇੰਡੀਆ DFI ਦੇ ਮਾਧਿਅਮ ਤੋਂ ਇਹ ਪੁਰਜ਼ੋਰ ਪੂਰੀ ਕੋਸ਼ਿਸ਼ ਰਹਿੰਦੀ ਹੈ ਸਮੇਂ ਸਮੇਂ ਸਿਰ ਜਾ ਕੇ ਪਿੰਡਾਂ ਔਰ ਸ਼ਹਿਰਾਂ ਕਸਬਿਆਂ ਦੇ ਵਿੱਚ ਕੈਡਰ ਕੈਂਪ ਦੇ ਮਾਧਿਅਮ ਤੋਂ, ਭੀਮ ਚਰਚਾ ਬਿਨਾਂ ਖਰਚਾ ਦੇ ਮਾਧਿਅਮ ਤੋਂ ਅਵੇਅਰਨੈਸ ਦੇ ਲਈ ਜਿਹੜਾ ਆ ਪਿੰਡਾਂ ਦੇ ਵਿੱਚ ਜਾ ਕੇ ਜਿਹੜੀ ਅਵੇਅਰਨੈਸ ਲਿਆਈ ਦੀ ਹੈ। ਫੂਲੇ ਅੰਬੇਡਕਰੀ ਸ਼ਾਹੂ ਦੇ ਮਿਸ਼ਨ ਨੂੰ ਜਿਹੜਾ ਆ ਉਹ ਜਨ ਜਨ ਤੱਕ ਪਹੁੰਚਾਉਣ ਦੇ ਲਈ ਨਿਰੰਤਰ ਜਿਹੜੇ ਅਸੀਂ DFI ਦੇ ਮਾਧਿਅਮ ਤੋਂ ਲੱਗੇ ਹੋਏ ਹਾਂ, ਜਿਸ ਦੇ ਵਿੱਚ ਅਸੀਂ ਸਮਾਜ ਦੇ ਪ੍ਰਤੀ, ਬਹੁਜਨ ਸਮਾਜ ਦੇ ਜਿੰਨੇ ਵੀ ਆਈਕਨ ਹੋਏ ਨੇ, ਤਥਾਗਤ ਭਗਵਾਨ ਬੁੱਧ ਜੀ ਤੋਂ ਲੈ ਕੇ ਸਮਰਾਟ ਅਸ਼ੋਕ ਜੀ, ਉਹਨਾਂ ਤੋਂ ਬਾਅਦ ਸਤਿਗੁਰੂ ਕਬੀਰ ਜੀ, ਸਤਿਗੁਰੂ ਨਾਮਦੇਵ ਜੀ, ਸਤਿਗੁਰੂ ਚੋਖਾ ਮੇਲਾ ਜੀ, ਸਤਿਗੁਰੂ ਸੈਨ ਜੀ, ਸਤਿਗੁਰੂ ਸਦਨਾ ਜੀ, ਇਸੇ ਤਰ੍ਹਾਂ ਸਾਡੇ ਰਾਸ਼ਟਰਪਿਤਾ ਜੋਤੀਬਾ ਰਾਏ ਫੂਲੇ ਜੀ, ਮਾਤਾ ਸਵਿਤਰੀ ਬਾਈ ਫੂਲੇ ਜੀ, ਇਸੇ ਤਰ੍ਹਾਂ ਰਕਸ਼ਣ ਕੇ ਜਨਕ ਸ਼ਾਹੂ ਜੀ ਮਹਾਰਾਜ, ਔਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਔਰ ਮਾਨਯਵਰ ਕਾਂਸ਼ੀ ਰਾਮ, ਇਹਨਾਂ ਦੇ ਮਾਧਿਅਮ ਤੋਂ ਸਮਾਜ ਦੇ ਵਿੱਚ ਜਾ ਕੇ ਇੱਕ ਲੜੀਬੰਦ ਸਮਾਜ ਨੂੰ ਪਰੋਣ ਦੇ ਲਈ, ਮੋਤੀਆਂ ਦੀ ਤਰ੍ਹਾਂ ਪਰੋਣ ਦੇ ਲਈ ਸਮਾਜ ਦੇ ਵਿੱਚ ਨਿਰੰਤਰ ਜੋ ਵਿਚਰ ਰਹੇ ਹਾਂ, ਔਰ ਸਮਾਜ ਨੂੰ ਲਗਾਤਾਰ ਇੱਕ ਕੜੀ ਦੇ ਵਾਈਜ਼, ਪੇਅਰ ਵਾਈਜ਼ ਜੋੜਨੇ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹਦੇ ਵਿੱਚ ਰਿਜ਼ਲਟ ਵੀ ਬਹੁਤ ਅੱਛੇ ਆ ਰਹੇ ਹੈਗੇ ਆ। ਫਲੋਰ ਦੇ ਵਿੱਚ ਬਹੁਤ ਹੀ ਜ਼ਿਆਦਾ 2 ਅਪ੍ਰੈਲ ਦੇ ਦਿਨ ਦੇ ਉੱਤੇ ਜਦੋਂ ਭਾਰਤ ਬੰਦ ਸੀ, ਉੱਤੇ ਬਹੁਤ ਹੀ ਜ਼ਿਆਦਾ DFI ਦੀ ਟੀਮ ਨੇ ਕੰਮ ਕੀਤਾ ਔਰ ਸਮਾਜ ਨੂੰ ਇਕੱਠਿਆਂ ਕਰਕੇ ਸਮਾਜ ਨੂੰ ਜਗਾਇਆ, ਔਰ ਇਸੇ ਤਰ੍ਹਾਂ ਹੀ ਸਾਨੂੰ ਜਿਹੜਾ ਆ ਮਿਸ਼ਨ ਦੇ ਵਿੱਚ ਕੰਮ ਕਰਦੇ ਰਹਿਣਾ ਚਾਹੀਦਾ ਔਰ ਕਰਦੇ ਰਹਿਣਾ ਹੈ। ਅਸ਼ੋਕਾ ਵਿਜੈ ਦਸ਼ਮੀ ਦਾ ਤਿਉਹਾਰ ਸਾਡੇ ਵਾਸਤੇ ਬਹੁਤ ਹੀ ਮਹੱਤਵਪੂਰਨ ਤਿਉਹਾਰ ਹੈ, ਕਿਉਂਕਿ ਪੰਜਾਬ ਦੇ ਵਿੱਚ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਰਹਿੰਦੇ ਨੇ, ਲੇਕਿਨ ਪੰਜਾਬ ਇੱਕ ਇਹੋ ਜਿਹੀ ਧਰਤੀ ਹੈ ਜਿਹਨੂੰ ਬੁੱਧਿਜ਼ਮ ਦਾ ਹੱਬ ਕਿਹਾ ਜਾ ਸਕਦਾ। ਬਹੁਤ ਸਾਰੀਆਂ ਐਸੀਆਂ ਪੰਜਾਬ ਦੇ ਵਿੱਚ ਜਗ੍ਹਾ ਹਨ ਜਿੱਥੇ ਜਦੋਂ ਬੁੱਧਿਜ਼ਮ ਦੇ ਲਈ, ਜਦੋਂ ਉੱਥੇ ਧਰਤੀ ਦੇ ਜਿਹੜੇ ਪੁੱਟ ਕੇ ਖੋਜ ਕੀਤੀ ਗਈ ਤਾਂ ਬੁੱਧਿਜ਼ਮ ਦੇ ਜਿਹੜੇ ਆ ਉਹ ਸਤੂਪ ਨਿਕਲਦੇ ਆ। ਬਹੁਜਨ ਹਿਤਾਏ ਬਹੁਜਨ ਸਿਖਾਏ, ਨਮੋ ਬੁਧਾਏ, ਜੈ ਭੀਮ ਜੈ ਭਾਰਤ। ਸਾਥੀਓ, ਪ੍ਰਬੁੱਧ ਭਾਰਤ ਨਿਰਮਾਣ ਹਿਤ ਬੋਧੀ ਸੱਤਵ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ 14 ਅਕਤੂਬਰ 1956 ਨੂੰ ਜੋ ਧੰਮ ਦੀਕਸ਼ਾ ਲਈ ਸੀ, ਉਸ ਨੂੰ ਅੱਗੇ ਕਦਮ ਵਧਾਉਂਦੇ ਹੋਏ ਅਸ਼ੋਕਾ ਵਿਜੈ ਦਸ਼ਮੀ ਜੋ DFI ਦੇ ਮਾਧਿਅਮ ਤੋਂ ਹਰ ਸਾਲ ਦੀ ਤਰ੍ਹਾਂ ਅੱਜ ਦੇ ਦਿਨ 19 ਅਕਤੂਬਰ ਨੂੰ ਜਿਹੜੀ ਆ ਉਹ ਮਨਾਈ ਜਾ ਰਹੀ ਹੈ। ਔਰ ਤੁਸੀਂ ਅੱਜ ਸਾਡੇ ਇਸ ਪੰਡਾਲ ਦੇ ਵਿੱਚ ਪਹੁੰਚੇ ਹੋ ਪ੍ਰੋਗਰਾਮ 'ਚ, ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ। ਅਸ਼ੋਕ ਵਿਜੈ ਦਸ਼ਮੀ ਹਰ ਸਾਲ ਹੈ ਜੋ DFI ਦੀ ਤਰਫ ਤੋਂ ਮਨਾਈ ਜਾਂਦੀ ਹੈ, ਜਿਸ ਦੇ ਵਿੱਚ ਵੱਖ-ਵੱਖ ਬੁੱਧੀਜੀਵੀ ਜੋ ਹੈ ਬਹੁਜਨ ਸਮਾਜ ਦੀ ਮੂਵਮੈਂਟ ਦੇ ਵਿੱਚ ਜੋ ਸਾਥੀ ਕੰਮ ਕਰਦੇ ਆ, ਅਸੀਂ ਹਰ ਸਾਲ ਉਹਨਾਂ ਦੇ ਜਿਹੜੇ ਆ ਉਹ ਵਿਚਾਰ ਗ੍ਰਹਿਣ ਕਰੀਦੇ ਆ, ਉਹਨਾਂ ਤੋਂ ਵਿਚਾਰ ਜਾਣੀਦੇ ਆ, ਔਰ ਧੰਮ ਦੇ ਉੱਤੇ ਜੋ ਸਾਡਾ ਸਮਾਜ ਦੇ ਵਿੱਚ ਵਰਕ ਹੈ ਉਸ ਨੂੰ ਜਿਹੜਾ ਆ ਦੱਸਿਆ ਜਾਂਦਾ ਹੈ। ਬੁੱਧ ਧਰਮ ਦੀ ਧੰਮ ਦੀ ਕਿਉਂ ਜ਼ਰੂਰਤ ਹੈ, ਲੋੜ ਕਿਉਂ ਹੈ, ਸਾਨੂੰ ਕਿਉਂ ਅਪਣਾਉਣਾ ਚਾਹੀਦਾ ਹੈ, ਉਸ ਦੇ ਬਾਰੇ ਅੱਜ ਦੇ ਦਿਨ ਦੇ ਉੱਤੇ ਦੱਸਿਆ ਜਾਂਦਾ ਹੈ। 2007 ਤੋਂ ਲਗਾਤਾਰ ਜੋ ਹੈ ਪੰਜਾਬ ਲੈਵਲ ਦੇ ਵਿੱਚ ਜਿਹੜਾ ਹੈ DFI ਦੇ ਮਾਧਿਅਮ ਤੋਂ ਕੰਮ ਕਰਦੇ ਆ ਰਹੇ ਹਾਂ, ਔਰ ਪੰਜਾਬ ਦੇ ਵਿੱਚ ਅਸੀਂ DFI ਦੇ ਮਾਧਿਅਮ ਤੋਂ ਜੋ ਕੰਮ ਕਰਨਾ 2007 ਤੋਂ ਸ਼ੁਰੂ ਕੀਤਾ ਸੀ, ਜਿਸ ਦੇ ਵਿੱਚ ਪੰਜਾਬ ਦੇ ਵਿੱਚ 2007 ਦੇ ਵਿੱਚ ਪਹਿਲੀ ਅਸ਼ੋਕ ਵਿਜੈ ਦਸ਼ਮੀ ਪੰਜਾਬ ਦੇ ਸਟੇਟ ਲੈਵਲ ਦੀ ਜੋ ਮਨਾਈ ਗਈ ਸੀ, ਜਿਸ ਨੂੰ ਨਿਰੰਤਰ ਜਾਰੀ ਰੱਖਣ ਦੇ ਲਈ ਅੱਜ ਜੋ ਫਲੋਰ ਵਿਖੇ ਡੇਰਾ ਬ੍ਰਹਮਦਾਸ ਜੀ ਦੇ ਹਾਲ ਦੇ ਵਿੱਚ ਅੱਜ ਮਨਾਈ ਜਾ ਰਹੀ ਹੈ। ਇਸ
ਬਾਬਾ ਬ੍ਰਹਮਦਾਸ ਜੀ ਕਮਿਊਨਿਟੀ ਹਾਲ ਦੇ ਵਿੱਚ ਉਪਸਥਿਤ ਮੇਰੇ ਬਹੁਜਨ समाज के साथियों, क्योंकि जदों असी किसी भी मूवमेंट नूं मैं उन्हां दा आए हुए सारे साथियों का वैलकम करदा और नाल ही बेनती करदा कि जिहड़े सज्जन साडे इस पंडाल तो बाहरली साइड के उत्ते खड़े ने या अपने गल्लां दे विच मसरूफ ने, मैं उन्होंने एक बार फिर बेनती करांगा कि वो अपने हॉल दे विच आके बैठन, क्योंकि हॉल की सिटिंग कैपेसिटी बहुत अच्छी है और ऑल फैसिलिटीज़ आर देयर। और मैं उन्होंने बेनती करांगा कि असी फंक्शन नूं शुरू करन दे लई तुहाडी प्रेजेंस जिहड़ी है वो बहुत जरूरी है। बाहर खड़े होने नालों अच्छा है कि असी एकजुट होके बाबा साहब भीम राव जी अंबेडकर उन्हां दे जुड़ो वाले नारे नूं साकार करिए, क्योंकि जदों असी फंक्शन को शुरू करते हैं तो साडा उहदे रस्मों रिवाज ने, क्योंकि समाज जिहड़ा है कुछ नियमां के मुताबिक चलता है और इस तरह जो देश है वो अपने संविधान के नियमां के मुताबिक चलता है। और साडे इस फंक्शन का जिहड़ा बहुत अच्छा संस्कार है, बहुत अच्छी रीत है, जिहड़ी कि कई सालों तो साडा DFI संस्था ने इनू शुरू किया है। और अज इत्थे दसन की कोई जरूरत नहीं कि बहुत ही टॉप दे बुद्धिजीवी वक्ता और गवर्नमेंट ऑफिशियल्स जिहड़े कि साडे समाज दे नाल संबंधित ने, उन्होंने अपने लाइफ के तजर्बे तो की कुछ लिया और की कुछ उन्होंने समाज नूं दिता, वो इस चीज़ का निर्णय और साडे तो उन्हों की की आस है, इस चीज़ का निर्णय वो आके खुद ही तुहाडे सामने इस स्टेज तो करनगे। मैं हुण बेनती करांगा कि अपने प्रोग्राम को आगाज़ देंदे हुए असी अपने फंक्शन नूं स्टार्ट करिए। मैं बेनती करांगा अपने साथियों नूं कि पंचशील की रस्म जिहड़ी है उन्हों अगर असी स्टार्ट करन जा रहे हैं तो असी अपने रस्म रिवाज नूं पूरे तौर तरीके दे नाल आरंभ करिए। बहुत बहुत धन्यवाद। होगा एक साथ एक स्वर में, जिससे अच्छा लगे लोगों को सुनने में, समझने में, जानने में। बोलिए, बुद्धं नमामि, बुद्धं नमामि, धम्मं नमामि, धम्मं नमामि, संघं नमामि, संघं नमामि, अहं वन्दामि अहं वन्दामि सर्वदा। सर्वदा। 3 बार मत्था टेको। नमो तस्स भगवतु अरहतु सम्मा सम्बुद्धस्स। नमो तस् भगवतो अरहतो सम्मा सम्बुद्धस्स। नमो तस्स भगवतु अरहतु सम्मा सम्बुद्धस्स। नमो तस् भगवतो अरहतो सम्मा सम्बुद्धस्स। नमो तस्स भगवतु अरहतु सम्मा सम्बुद्धस्स। नमो
तस् भगवतो अरहतो सम्मा सम्बुद्धस्। बुद्धं शरणं गच्छामि। बुद्धं शरणं गच्छामि। धम्मं शरणं गच्छामि। धम्मं शरणं गच्छामि। संघं शरणं गच्छामि। संघं शरणं गच्छामि। द्वितीयंपि बुद्धं शरणं गच्छामि। द्वितीयंपि बुद्धं शरणं गच्छामि। द्वितीयंपि धम्मं शरणं गच्छामि। द्वितीयंपि धम्मं शरणं गच्छामि। द्वितीयंपि संघं शरणं गच्छामि। द्वितीयंपि संघं शरणं गच्छामि। तृतीयंपि बुद्धं शरणं गच्छामि। तृतीयंपि बुद्धं शरणं गच्छामि। तृतीयंपि धम्मं शरणं गच्छामि। तृतीयंपि धम्मं शरणं गच्छामि। तृतीयंपि संघं शरणं गच्छामि। तृतीयंपि संघं शरणं गच्छामि। पाणातिपाता वीरमणि सिक्खापदं समादयामि। पाणातिपाता वीरमणि सिक्खापदं समादयामि। आदिन्नदाना वीरमणि सिक्खापदं समादयामि। मैं अपने ਵੱਲੋਂ जय भीम जय भारत नमो बुद्धाय आखदा ਤੇ ਅੱਜ ਦੇ ਇਸ ਸ਼ੁਭ ਮੌਕੇ ਦੀ ਆਪ ਸਭ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਮੈਂ ਹਾਰਦਿਕ ਸ਼ੁਭ ਕਾਮਨਾਵਾਂ ਦਿੰਦਾ। ਸਪੇਨ ਦਾ ਇੱਕ ਰਾਈਟਰ ਹੋਇਆ, ਉਹਦਾ ਨਾਂ ਆ ਐਤੂਆਰ ਦੇ ਗਲਿਆਨੋ। ਉਹ ਇੱਕ ਗੱਲ ਬੜੀ ਕਮਾਲ ਦੀ ਆਖਦਾ। ਉਹ ਕਹਿੰਦਾ ਕਿ ਜਦੋਂ ਤੱਕ ਹਿਰਨਾਂ ਦੇ ਇਤਿਹਾਸ ਦੇ ਵਿੱਚ ਸ਼ਿਕਾਰੀਆਂ ਵੱਲੋਂ ਕਹਾਣੀਆਂ ਲਿਖੀਆਂ ਜਾਂਦੀਆਂ ਰਹਿਣਗੀਆਂ, ਉਦੋਂ ਤੱਕ ਹਿਰਨਾਂ ਦਾ ਇਤਿਹਾਸ ਹਾਰੂ ਰਹੇਗਾ। ਇਹਦਾ ਭਾਵ ਇਹ ਆ ਕਿ ਜਦੋਂ ਤੱਕ ਦੁਸ਼ਮਣ ਤੁਹਾਡਾ ਇਤਿਹਾਸ ਲਿਖਦਾ ਰਹੇਗਾ, ਤੁਸੀਂ ਹਮੇਸ਼ਾ ਹਾਰਦੇ ਰਹੋਗੇ। ਇਹ ਉਹ ਗੱਲ ਬੜੀ ਕਮਾਲ ਦੀ ਆਖਦਾ। ਤੇ ਜਦੋਂ ਮੈਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਗੱਲ ਕਰਦਾ, ਉਹਨਾਂ ਦੀ ਮੂਵਮੈਂਟ ਦੀ ਗੱਲ ਕਰਦਾ, ਤਾਂ 1935 ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਇਹ ਐਲਾਨ ਕਰਦੇ ਆ ਕਿ ਮੈਂ ਹਿੰਦੂ ਜੰਮਿਆ, ਇਹ ਮੇਰੇ ਵੱਸ ਵਿੱਚ ਨਹੀਂ ਸੀ, ਪਰ ਮੈਂ ਹਿੰਦੂ ਮਰਾਂਗਾ ਨਹੀਂ, ਇਹ ਮੇਰੇ ਵੱਸ ਵਿੱਚ ਹੈ। ਆਪਣੀ ਉਸ ਗੱਲ ਨੂੰ ਪੂਰਾ ਕਰਦਿਆਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਨਾਗਪੁਰ ਦੀ ਧਰਤੀ ਦੇ ਉੱਤੇ 14 ਅਕਤੂਬਰ 1956 ਨੂੰ ਬੁੱਧ ਧੰਮ ਅਪਣਾਇਆ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਜਦੋਂ ਤੁਸੀਂ ਸਪੀਚ ਪੜ੍ਹਦੇ ਆ, ਉਹਨਾਂ ਦੇ ਰਾਈਟਿੰਗ ਐਂਡ ਸਪੀਚਸ ਪੜ੍ਹਦੇ ਆ, ਉਹ ਇਹ ਕਹਿੰਦੇ ਆ ਕਿ ਇਤਿਹਾਸ ਨੂੰ ਕੱਲਾ ਪੜ੍ਹਨਾ ਜਾਂ ਰਟਣ ਦਾ ਸਾਡਾ ਮਕਸਦ ਨਹੀਂ। ਇਤਿਹਾਸ ਪੜ੍ਹਨ ਦਾ ਮਤਲਬ ਇਹ ਹੈ ਕਿ ਬੀਤੇ ਸਮੇਂ ਦੇ ਵਿੱਚ ਜੋ ਗਲਤੀਆਂ ਹੋ ਗਈਆਂ ਹਨ, ਉਹ ਮੁੜ ਕੇ ਦੁਹਰਾਈਆਂ ਨਾ ਜਾਣ। ਦੁਨੀਆ ਦਾ ਇਤਿਹਾਸ ਨੂੰ ਜਦੋਂ ਆਪਾਂ ਨਿਗਾਹ ਮਾਰਦੇ ਆ, ਮੈਂ ਥੋੜਾ ਜਿਹਾ ਧਿਆਨ ਵੀਅਤਨਾਮ ਵੱਲ ਲੈ ਕੇ ਜਾਣਾ ਚਾਹੁੰਦਾ। ਵੀਅਤਨਾਮ ਇੱਕ ਛੋਟੀ ਜਿਹੀ ਕੰਟਰੀ ਆ। ਉੱਥੋਂ ਦਾ ਇੱਕ ਮਹਾਨ ਨੇਤਾ ਹੋ ਚੀ ਮਿਨ, ਉਹਨੇ ਅਮਰੀਕਾ ਦੀਆਂ ਫੌਜਾਂ ਦੇ ਨਾਲ ਜੰਗ ਲੜੀ। ਇੱਕ ਪਾਸੇ ਦੁਸ਼ਮਣ ਦੇ ਕੋਲੋਂ ਆਟੋਮੈਟਿਕ ਹਥਿਆਰ ਗਨ ਆ, ਤਾਂ ਦੂਜੇ ਪਾਸੇ ਉਸ ਦੇਸ਼ ਦੇ ਬੱਚੇ, ਉਸ ਦੇਸ਼ ਦੀਆਂ ਔਰਤਾਂ, ਉਸ ਦੇਸ਼ ਦੀਆਂ ਵਿਧਵਾਵਾਂ, ਉਸ ਦੇਸ਼ ਦੇ ਮਰਦ, ਉਸ ਦੇਸ਼ ਦੇ ਬੁੱਢੇ
ਨਿੱਘੇ ਨਿੱਘੇ ਰਿਵਾਲਵਰਾਂ ਦੇ ਨਾਲ ਉਹ ਲੜਾਈ ਲੜਦੇ ਆ। ਘੱਟੋ ਘੱਟ ਇਹ ਲੜਾਈ 5 ਸਾਲ ਤੋਂ ਵੱਧ ਚੱਲਦੀ ਆ। ਇਸ ਲੜਾਈ ਨੂੰ ਉਹ ਗੁਰਿੱਲਾ ਲੜਾਈ ਕਹਿੰਦੇ ਆ। ਆਖਰ ਨੂੰ ਅਮਰੀਕਾ ਨੂੰ ਉੱਥੋਂ ਹਾਰ ਕੇ ਜਾਣਾ ਪੈਂਦਾ। ਇਹਦਾ ਮੈਂ ਭਾਵ ਇਹ ਕਹਿਣਾ ਚਾਹੁੰਦਾ ਆ ਕਿ ਦੁਨੀਆ ਦੇ ਜਿੰਨੇ ਵੀ ਕੰਮ ਚੜੇ ਆ ਸਿਰੇ, ਉਹ ਲੇਖਕਾਂ ਕੇ ਨਹੀਂ ਚੜੇ, ਉਹ ਚੜੇ ਆ ਬੁਲਾਰਿਆਂ ਨੇ। ਕੱਲ ਰਾਤ ਮੈਂ ਹਿਟਲਰ ਦੀ ਸਵੈ ਜੀਵਨੀ ਪੜ੍ਹ ਰਿਹਾ ਸੀ। ਉਹ ਆਪਣੀ ਜੀਵਨੀ 'ਚ ਲਿਖਦਾ, ਅਸੀਂ ਆਪਣੇ ਦੁਸ਼ਮਣ ਦੇ ਕੋਲੋਂ ਸਿੱਖਣ ਦਾ ਮਾਦਾ ਹੋਣਾ ਚਾਹੀਦਾ। ਸਾਡਾ ਅੰਬੇਡਕਰੀਆਂ ਦਾ ਗਿਆਨ ਤੇ ਆਧਾਰ ਬਹੁਤ ਵੱਡਾ ਹੋਣਾ ਚਾਹੀਦਾ, ਫਿਰ ਕੋ ਸਿੱਖਣ ਦਾ ਸਾਡਾ ਮਤਲਬ ਆ। ਉਹਦੇ ਵਿੱਚ ਉਹ ਲਿਖਦਾ ਆ ਕਿ ਜਦੋਂ ਮੈਂ ਬਚਪਨ ਦੇ ਵਿੱਚ ਸੀ ਤਾਂ ਮੇਰਾ ਬਾਪ ਮੇਰੇ ਮੋਹਰੇ ਸਰਕਾਰੀ ਨੌਕਰੀਆਂ ਦੇ ਗੁਣ ਗਾਉਂਦਾ ਹੁੰਦਾ ਸੀ। ਉਹਨੇ ਸਰਕਾਰੀ ਨੌਕਰੀਆਂ ਦੀ ਮੇਰੇ ਮੋਹਰੇ ਗੱਲ ਕਰਨੀ, ਪਰ ਇਹ ਧਾਰਨਾ ਮੇਰੇ ਮਨ ਨੂੰ ਜਚੀ ਨਹੀਂ। ਉਹ ਕਹਿੰਦਾ ਕਿ ਮੇਰਾ ਮਕਸਦ ਕਿਸੇ ਸਰਕਾਰੀ ਦਫ਼ਤਰ ਦੇ ਵਿੱਚ ਬਹਿ ਕੇ ਕਾਗਜ਼ ਭਰਨ ਦਾ ਮੇਰਾ ਮਕਸਦ ਬਿਲਕੁਲ ਨਹੀਂ ਸੀ। ਮੈਂ ਇਸ ਦੁਨੀਆ ਦੇ ਵਿੱਚ ਕੁਝ ਕਰਕੇ ਦਿਖਾਉਣਾ ਚਾਹੁੰਦਾ ਸੀ। ਉਹ ਗੱਲ ਵੱਖਰੀ ਆ ਕਿ ਉਹਨੇ ਨਸਲਵਾਦ ਨੂੰ ਬੜਾਵਾ ਦੇ ਦਿੱਤਾ। ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜਦੋਂ ਆਪਾਂ ਗੱਲ ਕਰਦੇ ਆ, ਮੈਂ ਉਹਨਾਂ ਦੇ ਮੂਕ ਨਾਇਕ ਅਖਬਾਰ ਦੇ ਵਿੱਚੋਂ ਇੱਕ ਗੱਲ ਦੱਸਣੀ ਚਾਹੁੰਦਾ, ਜੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਭਾਰਤ ਦੇ ਦਬੇ ਕੁਚਲੇ ਲੋਕਾਂ ਨੂੰ ਜਗਾਉਣ ਲਈ ਉਹ ਅਖਬਾਰ ਸ਼ੁਰੂ ਕੀਤਾ, ਮੂਕ ਨਾਇਕ। ਮੂਕ ਨਾਇਕ ਦਾ ਮਤਲਬ ਆ ਗੂੰਗਿਆਂ ਦਾ ਨੇਤਾ। ਉਹਦੇ ਵਿੱਚ ਉਹ ਵਿਲੀਅਮ ਸ਼ੇਕਸਪੀਅਰ ਦੀ ਉਦਾਹਰਣ ਦਿੰਦੇ ਆ। ਉਹ ਲਿਖਦੇ ਆ, ਵਿਲੀਅਮ ਸ਼ੇਕਸਪੀਅਰ ਦੀਆਂ 2 ਲਾਈਨਾਂ ਲਿਖਦੇ ਆ ਕਿ ਮਨੁੱਖੀ ਜੀਵਨ ਦੇ ਵਿੱਚ ਵਲਵਲਿਆਂ ਦਾ ਹੜ੍ਹ ਆਉਂਦਾ, ਮੌਕਿਆਂ ਦਾ ਹੜ੍ਹ ਆਉਂਦਾ। ਹੜ੍ਹ ਦੇ ਵੇਲੇ ਸਾਂਭਿਆ ਮੌਕਾ ਕਿਸਮਤ ਬਣ ਜਾਂਦਾ। ਕਿ ਮੁਸੀਬਤ ਦੇ ਟਾਈਮ ਜਿਹੜਾ ਬੰਦਾ ਨਾ ਲੱਤਾਂ ਨਾਲ ਸੋਚਣ ਲੱਗ ਪਵੇ, ਉਹ ਬੰਦਾ ਕਾਮਯਾਬ ਨਹੀਂ ਹੁੰਦਾ ਕਦੀ। ਜਿਹੜਾ ਮੁਸੀਬਤ ਦੇ ਟਾਈਮ ਆਪਣਾ ਦਿਮਾਗ ਵਰਤਦਾ, ਉਹ ਬੰਦਾ ਹਮੇਸ਼ਾ ਕਾਮਯਾਬ ਹੁੰਦਾ। ਔਰਤਾਂ ਦੀ ਪੜ੍ਹਾਈ ਲਈ ਉਹ ਗੱਲ ਕਰਦੇ ਆ। ਸੋ ਜੇਕਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਦਿੱਤੀ ਧੰਮ ਕ੍ਰਾਂਤੀ ਨੂੰ ਤੁਸੀਂ ਅਗਾਂਹ ਵਧੂ ਵਧਾਉਣਾ ਚਾਹੁੰਦੇ ਆ, ਮੈਂ ਉਹਨਾਂ ਦੇ ਭਾਸ਼ਣ ਦੇ ਵਿੱਚ ਕੁਝ ਕੁ ਗੱਲਾਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਬੁੱਧ ਧੰਮ ਨੂੰ ਤੁਸੀਂ ਇੰਡੀਆ ਦੇ ਵਿੱਚ ਕਿਵੇਂ ਫੈਲਾ ਸਕਦੇ ਆ। ਉਹਨਾਂ ਨੇ ਕਿਹਾ ਕਿ ਬੁੱਧਾ ਦਾ ਜੀਵਨ ਤੇ ਉਹਨਾਂ ਦੀਆਂ ਸਿੱਖਿਆਵਾਂ ਦੇ ਗ੍ਰੰਥ ਐਡੇ ਵੱਡੇ ਆ ਕਿ ਆਮ ਵਿਅਕਤੀ ਉਸ ਨੂੰ ਪੜ੍ਹ ਨਹੀਂ ਸਕਦਾ। ਇਸ ਲਈ ਇੱਕ ਅਜਿਹਾ ਗ੍ਰੰਥ ਤੁਹਾਡੇ ਕੋਲ ਹੋਣਾ ਚਾਹੀਦਾ ਜਿਹਨੂੰ ਹਰ ਕੋਈ ਪੜ੍ਹ ਸਕੇ, ਸਮਝ ਸਕੇ। ਇਹਦੇ ਲਈ ਬਾਬਾ ਸਾਹਿਬ ਡਾਕਟਰ ਅੰਬੇਡਕਰ ਬੁੱਧਾ ਐਡਿਸ ਧੰਮਾ ਲਿਖ ਕੇ ਗਏ। ਦੂਜੀ ਉਦਾਹਰਣ ਦਿੰਦੇ ਆ ਕਿ ਜੇਕਰ ਤੁਸੀਂ ਬਾਹਰਲੇ ਬੋਧੀ ਮੁਲਕਾਂ ਦੇ ਨਾਲ ਰਾਬਤਾ ਕਾਇਮ ਕਰੋ, ਇੰਟਰਨੈਸ਼ਨਲ ਬੁੱਧਿਸਟ ਸੰਗਠਨ ਸਥਾਪਿਤ ਕਰੋ, ਤਾਂ ਤੁਸੀਂ ਇਸ ਦੇਸ਼ ਦੇ ਵਿੱਚ ਬੁੱਧ ਧੰਮ ਸਥਾਪਿਤ ਕਰ ਸਕਦੇ। ਨੰਬਰ 3, ਇਸ ਉੱਤੇ ਵਰਕ ਬਹੁਤ ਸ਼ਾਇਦ ਥੋੜੇ ਲੋਕਾਂ ਨੇ ਕੀਤਾ। ਇਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਈਸਾਈਆਂ ਦੀ ਉਦਾਹਰਣ ਦੇ ਕੇ ਕਹਿ ਰਹੇ ਆ। ਉਹ ਇਹ ਕਹਿ ਰਹੇ ਆ ਕਿ ਜੇਕਰ ਤੁਸੀਂ ਬੁੱਧ ਧੰਮ ਨੂੰ ਪੂਰੇ ਭਾਰਤ ਵਿੱਚ ਫੈਲਾਉਣਾ, ਈਸਾਈ ਮਿਸ਼ਨਰੀਆਂ ਵਾਲਾ ਰਸਤਾ ਅਖਤਿਆਰ ਕਰੋ। ਨਿੱਕੀਆਂ ਨਿੱਕੀਆਂ ਬੁਕਲੇਟਾਂ ਤੁਸੀਂ ਦੇਖ ਰਹੇ ਆ, ਆਪਾਂ ਆਮ ਸਾਰੇ ਕਾਰਿਆਕਰਤਾ ਇੱਥੇ ਬੈਠੇ ਹੋ ਦੇਖ ਰਹੇ ਆ ਕਿ ਪਿੰਡਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਵਰਕ ਕੀਤਾ ਜਾਂਦਾ। ਈਸਾਈਆਂ ਦਾ ਤਰੀਕਾ ਅਪਣਾਓ, ਕਿਉਂਕਿ ਅੱਜ 21ਵੀਂ ਸਦੀ ਆ। ਇੱਥੇ ਹਰ ਕੋਈ ਘਰ ਛੱਡ ਕੇ ਨਹੀਂ ਬਹਿ ਸਕਦਾ। ਇਹ ਆ ਜੋ 3 ਗੱਲਾਂ ਜੇ ਭਾਰਤ ਦੇ ਵਿੱਚ ਬੁੱਧ ਧੰਮ ਨੂੰ ਸਥਾਪਿਤ ਕਰਨਾ ਚਾਹੁੰਦੇ ਆ, ਪ੍ਰਚਾਰਕ ਦੀ ਜ਼ਿੰਦਗੀ ਜਿਉਣੀ ਚਾਹੁੰਦੇ ਆ, ਫਿਰ ਅਸੀਂ ਇਸ ਦੇਸ਼ ਦੇ ਵਿੱਚ ਕੁਝ ਕਰ ਸਕਦੇ ਹਾਂ। ਭਾਰਤ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਇਹ ਲਾਈਨ ਆ ਕਿ ਭਾਰਤ ਦੇ ਵਿੱਚ ਮਜ਼ਦੂਰਾਂ ਦੇ 2 ਦੁਸ਼ਮਣ ਆ, ਪੂੰਜੀਵਾਦ ਅਤੇ ਬ੍ਰਾਹਮਣਵਾਦ। ਬ੍ਰਾਹਮਣਵਾਦ ਜਾਤਾਂ ਦੇ ਵਿੱਚ ਵੰਡ ਕੇ ਮਜ਼ਦੂਰਾਂ ਦੀ ਆਪਸੀ ਏਕਤਾ ਨੂੰ ਰੋਕਦਾ। ਪੂੰਜੀਵਾਦ ਸਾਡਾ ਆਰਥਿਕ ਸ਼ੋਸ਼ਣ ਕਰਦਾ। ਬ੍ਰਾਹਮਣਵਾਦ ਬਾਰੇ ਵੀ ਅੱਜ ਅਸੀਂ ਸਾਡੇ ਅੰਬੇਡਕਰੀ ਬ੍ਰਾਹਮਣਵਾਦ ਬਾਰੇ ਬੋਲਦੇ ਆ, ਕਮਿਊਨਿਸਟ ਪੂੰਜੀਵਾਦ ਬਾਰੇ ਬੋਲਦੇ ਆ। 2 ਧਿਰਾਂ ਆ। ਤੇ ਮੈਂ ਇਹ ਚਾਹੁੰਦਾ ਕਿ ਜੇਕਰ ਭਾਰਤ ਦੇ, ਇਹ ਮੇਰਾ ਖੁਦ ਦਾ ਵਿਚਾਰ ਆ, ਇਸ ਵਿਚਾਰ ਦੀ ਪ੍ਰੋੜਤਾ ਡਾਕਟਰ ਆਨੰਦ ਚਲ ਤੁੰਬੜੇ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ ਜੇਕਰ ਭਾਰਤ ਦੇ ਕਮਿਊਨਿਸਟ ਤੇ ਅੰਬੇਡਕਰੀ ਇੱਕ ਮੰਚ ਦੇ ਇਕੱਠੇ ਹੋ ਕੇ ਵਰਕ ਕਰ ਦੇਣ ਤਾਂ ਸ਼ਾਇਦ ਇਸ ਦੇਸ਼ ਦੇ ਵਿੱਚ ਕੁਝ ਹੋ ਸਕਦਾ। ਲਗਾਤਾਰ 6 ਸਾਲ ਮੈਂ ਮਾਰਕਸਵਾਦ ਤੇ ਅੰਬੇਡਕਰਵਾਦ ਦਾ ਅਧਿਐਨ ਕਰ ਰਿਹਾ। ਅਸੀਂ ਉਧਰੋਂ ਵੀ ਕੱਲੇ ਕੱਲੇ ਪਿੱਟ ਰਹੇ ਹਾਂ ਥਾਂ ਥਾਂ। ਜੇਕਰ ਅਸੀਂ ਦੋਨੋਂ ਇਕੱਠੇ ਹੋ ਕੇ ਵਰਕ ਕਰੀਏ, ਇੱਕ ਮਿਨੀਮਮ ਕਾਮਨ ਪ੍ਰੋਗਰਾਮ ਲੈ ਕੇ ਤੁਰੀਏ, ਇਸ ਦੇਸ਼ ਦੇ ਵਿੱਚ ਤੁਸੀਂ ਕ੍ਰਾਂਤੀ ਲਿਆ ਸਕਦੇ ਆ। ਅਰਜਨਟੀਨਾ ਦੇ ਵਿੱਚ ਜੰਮਿਆ ਡਾਕਟਰ ਚੀ ਗਵੇਰਾ ਇੱਕ ਲਾਈਨ ਆਖਦਾ, ਉਹ ਕਹਿੰਦਾ ਕਿ ਜੇਕਰ ਦੁਨੀਆ ਦੇ ਵਿੱਚ ਕਿਤੇ ਵੀ ਜ਼ੁਲਮ ਹੁੰਦਾ, ਤਸ਼ੱਦਦ ਹੁੰਦਾ, ਤੁਸੀਂ ਉਸ ਨੂੰ ਦੇਖ ਕੇ ਗੁੱਸੇ ਨਾਲ ਕੰਬ ਜਾਂਦੇ ਹੋ, ਤਾਂ ਤੁਸੀਂ ਮੇਰੇ ਦੋਸਤ ਹੋ, ਤੁਸੀਂ ਮੇਰੇ ਭਰਾ ਹੋ, ਤੁਸੀਂ ਮੇਰੇ ਭੈਣ ਹੋ।
ਅੰਤ ਦੇ ਵਿੱਚ ਮੈਂ 2 ਗੱਲਾਂ ਕਹਿਣੀਆਂ ਚਾਹੁੰਦਾ ਕਿ ਬੁੱਧ ਧੰਮ ਨੂੰ ਸਥਾਪਿਤ ਕਰਨ ਲਈ ਜਿਹੜੀਆਂ ਮੈਂ 3 ਗੱਲਾਂ ਦੱਸੀਆਂ ਅਸੀਂ ਉਹ ਅਮਲ 'ਚ ਲਿਆਈਏ। ਸੰਘਰਸ਼ਮਈ ਤਰੀਕੇ ਦੇ ਲਈ ਲੋਕਾਂ ਨੂੰ ਕੇਡਰ ਦਿਮਾਗੀ ਤੌਰ ਤੇ ਤਿਆਰ ਕਰੀਏ, ਕਿਉਂਕਿ ਭਾਰਤ ਦੇ ਲੋਕ ਸਰੀਰਕ ਤੌਰ ਤੇ ਹੁਣ ਗੁਲਾਮ ਨਹੀਂ ਰਹੇ, ਇਹ ਮਾਨਸਿਕ ਤੌਰ ਤੇ ਗੁਲਾਮ ਹੈ। ਜੇਕਰ ਮੈਂ ਕੋਈ ਗਲਤ ਸ਼ਬਦ ਬੋਲ ਗਿਆ ਹੋਵਾਂ ਮੈਂ ਖਿਮਾ ਦਾ ਜਾਚ ਗਿਆ। ਜੈ ਭੀਮ, ਜੈ ਭਾਰਤ। ਕੌਮ ਦਾ ਨਹੀਂ ਇਤਿਹਾਸ ਹੁੰਦਾ ਜਿਹੜੀ ਕੌਮ ਵਿਸਾਰਦੀ ਰਹਿਨੁਮਾ ਨੂੰ, ਉਸ ਕੌਮ ਦਾ ਬੜਾ ਅਮੀਰ ਵਿਰਸਾ ਜਿਹੜੀ ਕੌਮ ਸ਼ਿੰਗਾਰਦੀ ਰਹਿਨੁਮਾ ਨੂੰ, ਉਸ ਕੌਮ ਤਾਈਂ ਲੱਖ ਲਾਨਤਾਂ ਨੇ ਜਿਹੜੀ ਜਿਉਂਦਿਆਂ ਮਾਰਦੀ ਰਹਿਨੁਮਾ ਨੂੰ, ਉਸ ਕੌਮ ਨੂੰ ਸਾਰੇ ਪਿਆਰ ਕਰਦੇ ਜਿਹੜੀ ਆਪ ਪਿਆਰ ਦੀ ਰਹਿਨੁਮਾ ਨੂੰ, ਉਸ ਕੌਮ ਦਾ ਜ਼ਿਕਰ ਨਾ ਕਿਤੇ ਹੁੰਦਾ ਜਿਹੜੀ ਦਿਲੋਂ ਉਤਾਰਦੀ ਰਹਿਨੁਮਾ ਨੂੰ। ਪ੍ਰਬੁੱਧ ਭਾਰਤ ਨਿਰਮਾਣ ਹਿਤ ਬੋਧਿਸਤਵ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਵੱਲੋਂ 14 ਅਕਤੂਬਰ 1956 ਨੂੰ ਅਸ਼ੋਕ ਵਿਜੇਦਸ਼ਮੀ ਵਾਲੇ ਦਿਨ ਨਾਗਪੁਰ ਦੀ ਪਵਿੱਤਰ ਧਰਤੀ ਤੋਂ ਆਰੰਭੀ ਧੰਮ ਅਤੇ ਸੱਭਿਆਚਾਰਕ ਧੰਮ ਕ੍ਰਾਂਤੀ ਦਿਵਸ ਦੇ ਸ਼ੁਭ ਮੌਕੇ ਤੇ ਅੱਜ ਦੇ ਸਮਾਗਮ ਵਿੱਚ ਪਹੁੰਚੇ ਸਟੇਜ ਤੇ ਵਿਰਾਜਮਾਨ ਸਤਿਕਾਰਯੋਗ ਪੰਤਾ ਜੀ, ਸਤਿਕਾਰਯੋਗ ਡੀਡੀ ਕਲਿਆਣੀ ਜੀ, ਸੋਹਣ ਸੈਜਲ ਜੀ ਤੇ ਪਤਵੰਤੇ ਸੱਜਣ, ਨਮੋ ਬੁੱਧਾਏ, ਜੈ ਭੀਮ, ਜੈ ਭਾਰਤ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਦੁਸ਼ਹਿਰਾ ਹੈ, ਪਰ ਅਸੀਂ ਇਹ ਨਹੀਂ ਜਾਣਦੇ ਕਿ ਅੱਜ ਵਿਜੇ ਦਸ਼ਮੀ ਵੀ ਹੈ। ਕਿਉਂ? ਇਸ ਦੇ 2 ਕਾਰਨ ਹਨ। ਪਹਿਲਾ ਕਾਰਨ, ਪ੍ਰਾਚੀਨ ਕਾਲ ਵਿੱਚ ਲਿਖੇ ਗਏ ਸਾਰੇ ਮਿਥਿਹਾਸਿਕ ਗ੍ਰੰਥ ਲਗਭਗ ਬ੍ਰਾਹਮਣਵਾਦੀਆਂ ਦੁਆਰਾ ਹੀ ਲਿਖੇ ਗਏ ਹਨ। ਇਹਨਾਂ ਮਿਥਿਹਾਸਿਕ ਗ੍ਰੰਥਾਂ ਵਿੱਚ ਭਾਰਤ ਦੇ ਮੂਲ ਨਿਵਾਸੀ ਰਾਜਿਆਂ ਦੀਆਂ ਮਨੁੱਖੀ ਕਦਰਾਂ ਕੀਮਤਾਂ ਤੇ ਸਦਾਚਾਰ ਜਾਂ ਤਾਂ ਮਿਟਾ ਦਿੱਤਾ ਗਿਆ ਹੈ ਜਾਂ ਫਿਰ ਤੋੜ ਮੜੋੜ ਕੇ ਅਪਣਾ ਲਿਆ ਗਿਆ ਹੈ। ਮਜਬੂਰਨ ਜੇ ਕਿਤੇ ਉਹਨਾਂ ਨੂੰ ਇਹਨਾਂ ਰਾਜਿਆਂ ਦਾ ਜ਼ਿਕਰ ਕਰਨਾ ਹੀ ਪੈ ਗਿਆ ਤਾਂ ਉਹਨਾਂ ਨੂੰ ਨੀਚ, ਘਮੰਡੀ, ਲਾਲਚੀ ਜਾਂ ਅਤਿਆਚਾਰੀ ਕਹਿ ਕੇ ਦਰਸਾਇਆ ਗਿਆ, ਜਿਵੇਂ ਹਰਨਾਕਸ਼, ਮਹਿਸਾਸੁਰ, ਧਨਾਨੰਦ ਤੇ ਰਾਵਣ ਆਦਿ। ਦੂਸਰਾ ਕਾਰਨ ਅਸੀਂ ਆਪ ਖੁਦ ਹਾਂ। ਅਸੀਂ ਨਾ ਤਾਂ ਇਤਿਹਾਸ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ, ਨਾ ਸੁਣਦੇ ਹਾਂ, ਨਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਇਤਿਹਾਸ ਤੇ ਖੋਜ ਕਰਨ ਦੀ ਗੱਲ ਤਾਂ ਦੂਰ ਦੀ ਗੱਲ ਹੈ। ਆਓ ਅੱਜ ਵਿਜੇ ਦਸ਼ਮੀ ਦੇ ਸ਼ੁਭ ਮੌਕੇ ਤੇ ਆਪਣੇ ਇਤਿਹਾਸ ਨੂੰ ਜਾਣਨ ਦੀ ਕੋਸ਼ਿਸ਼ ਕਰੀਏ। ਅੱਜ ਦੇ ਇਤਿਹਾਸਕ ਦਿਨ ਅਸ਼ੋਕ ਵਿਜੇ ਦਸ਼ਮੀ ਦੀਆਂ ਜੜ੍ਹਾਂ ਭਾਰਤ ਦੇ ਪ੍ਰਾਚੀਨ ਇਤਿਹਾਸ ਦੀ ਕੁੱਖ ਵਿੱਚ ਛੁਪੀਆਂ ਪਈਆਂ ਹਨ। ਜਦੋਂ ਅਸੀਂ ਭਾਰਤ ਦੇ ਪ੍ਰਾਚੀਨ ਇਤਿਹਾਸ ਤੇ ਨਜ਼ਰ ਮਾਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ 6ਵੀਂ ਸਦੀ ਈਸਵੀ ਪੂਰਵ ਵਿੱਚ ਉੱਤਰੀ ਭਾਰਤ ਵਿੱਚ 16 ਰਾਜ ਸਥਾਪਿਤ ਸਨ, ਜਿਨ੍ਹਾਂ ਨੂੰ ਮਹਾਜਨਪਦ ਵੀ ਕਿਹਾ ਜਾਂਦਾ ਸੀ। ਇਹਨਾਂ ਵਿੱਚੋਂ ਕੁਝ ਰਾਜਤੰਤਰ ਤੇ ਕੁਝ ਗਣਤੰਤਰ ਸਨ। ਰਾਜਤੰਤਰੀ ਰਾਜਾਂ ਵਿੱਚੋਂ ਪ੍ਰਸਿੱਧ ਰਾਜ ਮਗਧ ਦਾ ਰਾਜ ਸੀ। ਬੱਜੀ ਅਤੇ ਮਲ ਉਸ ਸਮੇਂ ਦੇ ਪ੍ਰਸਿੱਧ ਗਣਤੰਤਰੀ ਰਾਜ ਸਨ। ਇਹਨਾਂ ਰਾਜਾਂ ਦੇ ਆਪਸੀ ਲੜਾਈ ਝਗੜੇ ਹੁੰਦੇ ਸਨ। ਵੱਡੇ ਅਤੇ ਸ਼ਕਤੀਸ਼ਾਲੀ ਸ਼ਾਸਕ ਛੋਟੇ ਰਾਜਿਆਂ ਦੇ ਪ੍ਰਦੇਸ਼ਾਂ ਨੂੰ ਜਿੱਤਣ ਦੇ ਯਤਨ ਕਰਦੇ ਰਹਿੰਦੇ ਸਨ। ਰਜਵਾੜਿਆਂ ਦੇ ਇਸ ਆਪਸੀ ਸੰਘਰਸ਼ ਵਿੱਚ ਮਗਧ ਰਾਜ ਨੂੰ ਮਹਾਨ ਸਫਲਤਾ ਪ੍ਰਾਪਤ ਹੋਈ। ਮਗਧ ਰਾਜ ਉਸ ਸਮੇਂ ਸਾਰੇ ਰਾਜਾਂ ਵਿੱਚੋਂ ਸਭ ਤੋਂ ਵੱਧ ਸ਼ਕਤੀਸ਼ਾਲੀ ਸੀ। ਮਗਧ ਰਾਜ ਦੇ ਪਹਿਲੇ ਰਾਜੇ ਬਿੰਬਸਾਰ ਤੇ ਅਜਾਤ ਸ਼ਤਰੂ ਬ੍ਰਾਹਮਣਾਂ ਦੇ ਪ੍ਰਭਾਵ ਤੋਂ ਮੁਕਤ ਸਨ ਅਤੇ ਧਾਰਮਿਕ ਵਿਚਾਰਾਂ ਤੋਂ ਬੜੇ ਲਿਬਰਲ ਸਨ। ਮਗਧ ਰਾਜ ਦੇ ਸਮੇਂ ਦੀਆਂ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਪ੍ਰਸਥਿਤੀਆਂ ਜੈਨ ਮਤ ਤੇ ਬੁੱਧ ਮਤ ਦੇ ਧਾਰਮਿਕ ਅੰਦੋਲਨਾਂ ਦੇ ਵਧਣ ਫੁੱਲਣ ਲਈ ਬਹੁਤ ਅਨੁਕੂਲ ਸਨ। ਜੈਨ ਮਤ ਦੇ ਵਾਸਤਵਿਕ ਮੋਢੀ ਵਰਧਮਾਨ ਮਹਾਵੀਰ ਜੀ ਦਾ ਜਨਮ ਮਗਧ ਰਾਜ ਵਿੱਚ ਹੀ ਵਿਸ਼ਾਲੀ ਦੇ ਨੇੜੇ ਕੁੰਡਗ੍ਰਾਮ ਵਿੱਚ ਹੋਇਆ ਅਤੇ ਬੁੱਧ ਧਰਮ ਦੇ ਬਾਨੀ ਗੌਤਮ ਬੁੱਧ ਜੀ ਦਾ ਜਨਮ ਮਗਧ ਦੇ ਨਜ਼ਦੀਕ ਹੀ ਇੱਕ ਛੋਟੇ ਜਿਹੇ ਰਾਜ ਲੰਬੂਨੀ ਵਿੱਚ ਹੋਇਆ, ਜਿਸ ਦੀ ਰਾਜਧਾਨੀ ਕਪਿਲਵਸਤੂ ਸੀ। ਰਾਜੇ ਬਿੰਬਸਾਰ ਤੇ ਅਜਾਤ ਸ਼ਤਰੂ ਨੇ ਮਹਾਵੀਰ ਸਵਾਮੀ ਤੇ ਗੌਤਮ ਬੁੱਧ ਨੂੰ ਆਪਣੇ ਮੱਤਾਂ ਦਾ ਪ੍ਰਚਾਰ ਕਰਨ ਦੀ ਖੁੱਲ੍ਹ ਹੀ ਨਹੀਂ ਦਿੱਤੀ, ਸਗੋਂ ਇਹਨਾਂ ਮੱਤਾਂ ਦੀ ਸਰਪ੍ਰਸਤੀ ਵੀ ਕੀਤੀ ਤੇ ਰਾਜਨੀਤਿਕ ਸ਼ਰਨ ਵੀ ਦਿੱਤੀ, ਜਿਸ ਕਾਰਨ ਬੁੱਧ ਧਰਮ ਤੇ ਜੈਨ ਧਰਮ ਨੇ ਉਸ ਸਮੇਂ ਦੌਰਾਨ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕੀਤੀ। ਜੈਨ ਮਤ ਤੇ ਬੁੱਧ ਮਤ ਦੇ ਪ੍ਰਚਾਰ ਕਾਰਨ ਬ੍ਰਾਹਮਣਾਂ ਦੇ ਪ੍ਰਭਾਵ ਵਿੱਚ ਕਮੀ ਆਈ। ਜਾਤੀ ਪ੍ਰਥਾ ਨੂੰ ਸੱਟ ਵੱਜੀ। ਬ੍ਰਾਹਮਣ ਰਾਜਿਆਂ ਦੀ ਜੰਗੀ ਭਾਵਨਾਵਾਂ ਨੂੰ ਧੱਕਾ ਲੱਗਾ ਅਤੇ ਅਹਿੰਸਾ ਦੇ ਸਿਧਾਂਤ ਨੂੰ ਬਲ ਮਿਲਿਆ। ਅਜਾਤ ਸ਼ਤਰੂ ਦੀ ਮੌਤ ਤੋਂ ਬਾਅਦ ਮਗਧ ਰਾਜ ਤੇ ਸ਼ਿਸ਼ੂਨਾਗ ਰਾਜੇ ਨੇ ਰਾਜ ਕੀਤਾ ਤੇ ਨਾਗਵੰਸ਼ ਦੀ ਨੀਂਹ ਰੱਖੀ। ਨਾਗਵੰਸ਼ ਦੇ ਸਾਰੇ ਰਾਜੇ ਬੁੱਧ ਧਰਮ ਦੇ ਅਨੁਆਈ ਸਨ। ਡਾਕਟਰ ਬਾਬਾ ਸਾਹਿਬ ਅੰਬੇਡਕਰ ਨੇ 14 ਅਕਤੂਬਰ 1956 ਨੂੰ ਬੁੱਧ ਧਰਮ ਦੀ ਦੀਕਸ਼ਾ ਲੈਂਦੇ ਹੋਏ ਕਿਹਾ ਸੀ ਕਿ ਮੈਂ ਇਹ ਦੀਕਸ਼ਾ ਸਮਾਰੋਹ ਦੇ ਲਈ ਨਾਗਪੁਰ ਸ਼ਹਿਰ ਇਸ ਲਈ ਨਹੀਂ ਚੁਣਿਆ ਕਿ ਇਹ RSS ਦਾ ਹੈੱਡਕੁਆਟਰ ਸ਼ਹਿਰ ਹੈ,
ਸਗੋਂ ਮੈਂ ਇਸ ਨੂੰ ਇਸ ਲਈ ਚੁਣਿਆ ਹੈ ਕਿ ਨਾਗਪੁਰ ਸ਼ਹਿਰ ਨੂੰ ਵਸਾਉਣ ਵਾਲੇ ਸਾਡੇ ਨਾਗਵੰਸ਼ੀ ਰਾਜੇ ਸਨ, ਜਿਨ੍ਹਾਂ ਦੇ ਨਾਂ ਤੇ ਇਸ ਸ਼ਹਿਰ ਦਾ ਨਾਂ ਨਾਗਪੁਰ ਰੱਖਿਆ ਗਿਆ ਤੇ ਇਹਨਾਂ ਨੇ ਆਰਿਆ ਲੋਕਾਂ ਨਾਲ ਕਈ ਲੜਾਈਆਂ ਵੀ ਲੜੀਆਂ। ਇੱਕ ਉੱਘੇ ਇਤਿਹਾਸਕਾਰ ਡਾਕਟਰ ਨਵਲ ਵਿਯੋਗੀ ਜਿਨ੍ਹਾਂ ਨੇ ਨਾਗਵੰਸ਼ ਤੇ ਖੋਜ ਕੀਤੀ ਤੇ ਉਹ ਆਪਣੀ ਕਿਤਾਬ ਨਾਗਾ ਦ ਏਸ਼ੀਅੰਟ ਰੂਲਰਸ ਆਫ ਇੰਡੀਆ ਵਿੱਚ ਲਿਖਦੇ ਹਨ ਕਿ 11ਵੀਂ ਸਦੀ ਦਾ ਰਾਜਾ ਗੁੱਗਾ ਜ਼ਾਹਰ ਵੀਰ, ਜਿਸ ਨੂੰ ਲੋਕਾਂ ਨੇ ਸਨਮਾਨ ਦੇ ਤੌਰ ਤੇ ਪੀਰ ਦੀ ਉਪਾਧੀ ਦਿੱਤੀ, ਨਾਗਵੰਸ਼ ਦਾ ਆਖਰੀ ਰਾਜਾ ਸੀ। ਨਾਗਵੰਸ਼ ਤੋਂ ਬਾਅਦ ਮਗਧ ਰਾਜ ਦੇ ਰਾਜੇ ਮਹਾਪਦਮਨੰਦ ਨੇ ਨੰਦ ਵੰਸ਼ ਦੀ ਨੀਂਹ ਰੱਖੀ। ਨੰਦ ਵੰਸ਼ ਭਾਰਤ ਦੀ ਸ਼ੂਦਰ ਜਾਤੀ ਨਾਈ ਬਿਰਾਦਰੀ ਨਾਲ ਸੰਬੰਧਿਤ ਸਨ। ਨੰਦ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਾ ਧਨਾਨੰਦ ਸੀ। ਧਨਾਨੰਦ ਕੋਲ ਉਸ ਸਮੇਂ 2 ਲੱਖ ਪੈਦਲ ਸੈਨਿਕ, 20,000 ਘੋੜਸਵਾਰ, 2,000 ਰੱਥ ਤੇ 3,000 ਹਾਥੀਆਂ ਦੀ ਫੌਜ ਸੀ। ਧਨਾਨੰਦ ਦੇ ਰਾਜਕਾਲ ਦੌਰਾਨ ਹੀ ਰਾਜਾ ਸਿਕੰਦਰ ਨੇ ਭਾਰਤ ਤੇ ਹਮਲਾ ਕੀਤਾ। ਜਦੋਂ ਸਿਕੰਦਰ ਨੇ ਭਾਰਤ ਤੇ ਹਮਲਾ ਕੀਤਾ ਤਾਂ ਕਈ ਹਿੰਦੂ ਰਾਜਿਆਂ ਨੇ ਨਾ ਕੇਵਲ ਉਸ ਦੀ ਅਧੀਨਤਾ ਹੀ ਸਵੀਕਾਰ ਕੀਤੀ, ਸਗੋਂ ਉਸ ਦੀ ਸਹਾਇਤਾ ਵੀ ਕੀਤੀ। ਤਕਸ਼ਿਲਾ ਦੇ ਰਾਜੇ ਅੰਬੀ ਤੇ ਅਭਿਸਾਰ ਹਾਕਮਾਂ ਨੇ ਸਿਕੰਦਰ ਦੀ ਅਧੀਨਤਾ ਨੂੰ ਮੰਨਦੇ ਹੋਏ ਉਸ ਨੂੰ ਤੋਹਫੇ ਦਿੱਤੇ ਅਤੇ ਰਾਜਾ ਪੋਰਸ ਦੇ ਵਿਰੁੱਧ ਸਹਾਇਤਾ ਦੀ ਪੇਸ਼ਕਸ਼ ਵੀ ਕੀਤੀ। ਇਹਨਾਂ ਰਾਜਿਆਂ ਦੀ ਸਹਾਇਤਾ ਨਾਲ ਹੀ ਸਿਕੰਦਰ ਨੇ ਪੋਰਸ ਨੂੰ ਹਰਾਇਆ। ਇੱਥੇ ਹੀ ਬਸ ਨਹੀਂ, ਸਿਕੰਦਰ ਤੋਂ ਹਾਰਨ ਉਪਰੰਤ ਜਦੋਂ ਪੋਰਸ ਸਿਕੰਦਰ ਦਾ ਮਿੱਤਰ ਬਣ ਗਿਆ ਤਾਂ ਪੋਰਸ ਨੇ ਬਿਆਸ ਨਦੀ ਤੱਕ ਦੇ ਇਲਾਕੇ ਜਿੱਤਣ ਵਿੱਚ ਸਿਕੰਦਰ ਦਾ ਸਾਥ ਦਿੱਤਾ। ਇਸ ਦੇ ਬਦਲੇ ਵਿੱਚ ਰਾਜਾ ਸਿਕੰਦਰ ਨੇ ਬਿਆਸ ਅਤੇ ਜੇਹਲਮ ਦੇ ਵਿਚਾਲੇ ਜਿੱਤੇ ਇਲਾਕਿਆਂ ਦਾ ਪ੍ਰਬੰਧ ਰਾਜਾ ਪੋਰਸ ਨੂੰ ਸੌਂਪ ਦਿੱਤਾ। ਜੇਹਲਮ ਅਤੇ ਸਿੰਧ ਦੇ ਵਿਚਾਲੇ ਇਲਾਕਿਆਂ ਦਾ ਪ੍ਰਬੰਧ ਰਾਜਾ ਅੰਬੀ ਨੂੰ ਤੇ ਕਸ਼ਮੀਰ ਦਾ ਇਲਾਕਾ ਅਭਿਸਾਰ ਨੂੰ ਦੇ ਦਿੱਤਾ। ਇਹ ਸਾਰਾ ਕੁਝ ਸਿਕੰਦਰ ਨੇ ਮਗਧ ਦੇ ਰਾਜ ਨੂੰ ਜਿੱਤਣ ਲਈ ਕੀਤਾ, ਪਰ ਉਸ ਸਮੇਂ ਮਗਧ ਉੱਤਰੀ ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਰਾਜ ਸੀ। ਇਸ ਲਈ ਧਨਾਨੰਦ ਦੀ ਫੌਜ ਤੋਂ ਡਰਦਾ ਤੇ ਮਗਧ ਨੂੰ ਜਿੱਤੇ ਬਗੈਰ ਹੀ ਸਿਕੰਦਰ ਵਾਪਸ ਮੁੜ ਗਿਆ। ਨੰਦ ਵੰਸ਼ ਤੋਂ ਬਾਅਦ ਮੌਰਿਆ ਵੰਸ਼ ਦਾ ਰਾਜ ਆਇਆ, ਜਿਸ ਦੀ ਨੀਂਹ ਚੰਦਰਗੁਪਤ ਮੌਰਿਆ ਨੇ ਰੱਖੀ। ਚੰਦਰਗੁਪਤ ਮੌਰਿਆ ਨੂੰ ਇਤਿਹਾਸਕਾਰ ਰਤਨ ਗਰਭ ਨੇ ਧਨਾਨੰਦ ਰਾਜੇ ਦੀ ਪਤਨੀ ਮੋਰਾ ਦੀ ਸੰਤਾਨ ਦੱਸਿਆ ਹੈ। ਚੰਦਰਗੁਪਤ ਮੌਰਿਆ ਭਾਰਤ ਦਾ ਪਹਿਲਾ ਸਮਰਾਟ ਸੀ ਜਿਸ ਨੇ ਛੋਟੇ ਵੱਡੇ ਰਾਜਾਂ ਨੂੰ ਮਿਲਾ ਕੇ ਇੱਕ ਵਿਸ਼ਾਲ ਸਾਮਰਾਜ ਦਾ ਨਿਰਮਾਣ ਕੀਤਾ। ਉਸ ਦਾ ਸਾਮਰਾਜ ਉੱਤਰ ਵਿੱਚ ਹਿਮਾਲਿਆ ਤੋਂ ਲੈ ਕੇ ਦੱਖਣ ਵਿੱਚ ਮੈਸੂਰ ਤੱਕ, ਪੂਰਬ ਵਿੱਚ ਬੰਗਾਲ ਤੋਂ ਲੈ ਕੇ ਉੱਤਰ ਪੱਛਮ ਵਿੱਚ ਹਿੰਦੂਕਸ਼ ਪਰਬਤ ਤੱਕ ਤੇ ਪੱਛਮ ਵਿੱਚ ਅਰਬ ਸਾਗਰ ਤੱਕ ਫੈਲਿਆ ਹੋਇਆ ਸੀ। ਇਸ ਵਿੱਚ ਅਫਗਾਨਿਸਤਾਨ, ਬਲੂਚਿਸਤਾਨ ਦੇ ਵਿਸ਼ਾਲ ਪ੍ਰਦੇਸ਼, ਪੰਜਾਬ, ਸਿੰਧ, ਕਸ਼ਮੀਰ, ਗੰਗਾ ਯਮੁਨਾ ਦਾ ਦੁਆਬ, ਮਗਧ ਅਤੇ ਬੰਗਾਲ ਸ਼ਾਮਲ ਸਨ, ਪਰ ਇਸ ਵਿੱਚ ਕਲਿੰਗਾ ਦਾ ਪ੍ਰਦੇਸ਼ ਸ਼ਾਮਲ ਨਹੀਂ ਸੀ। ਉਹਨਾਂ ਦੀ ਮੌਤ ਪਿੱਛੋਂ ਉਸ ਦਾ ਪੁੱਤਰ ਬਿੰਦੂਸਰ ਰਾਜਗੱਦੀ ਤੇ ਬੈਠਿਆ। ਉਸਨੇ ਆਪਣੇ ਪਿਤਾ ਤੋਂ ਪ੍ਰਾਪਤ ਕੀਤੀਆਂ ਸ਼ਾਸਨ ਪ੍ਰਬੰਧ ਦੀਆਂ ਸੰਸਥਾਵਾਂ ਨੂੰ ਸਥਿਰ ਰੱਖਿਆ ਤੇ ਅਸ਼ੋਕ ਦੇ ਸ਼ਾਨਦਾਰ ਸਾਮਰਾਜ ਲਈ ਰਸਤਾ ਤਿਆਰ ਕੀਤਾ। ਬਿੰਦੂਸਰ ਦੀ ਮੌਤ ਤੋਂ ਬਾਅਦ ਰਾਜਾ ਅਸ਼ੋਕ ਗੱਦੀ ਤੇ ਬੈਠਾ। ਚੰਦਰਗੁਪਤ ਮੌਰਿਆ ਤੇ ਬਿੰਦੂਸਰ ਨੇ ਅਸ਼ੋਕ ਦੇ ਰਾਜ ਤੋਂ ਪਹਿਲਾਂ ਹੀ ਇੱਕ ਵਿਸ਼ਾਲ ਸਾਮਰਾਜ ਸਥਾਪਿਤ ਕਰ ਦਿੱਤਾ ਸੀ। ਇਸ ਲਈ ਅਸ਼ੋਕ ਨੂੰ ਅਧਿਕ ਯੁੱਧ ਲੜਨ ਦੀ ਲੋੜ ਨਹੀਂ ਪਈ। ਸ਼ਿਲਾਲੇਖ 13 ਵਿੱਚ ਰਾਜਾ ਅਸ਼ੋਕ ਨੇ ਆਪ ਦੱਸਿਆ ਹੈ ਕਿ ਉਸ ਦੀ ਇੱਕਮਾਤਰ ਜਿੱਤ ਕਲਿੰਗਾ ਦੀ ਜਿੱਤ ਸੀ। ਅਸ਼ੋਕ ਦੇ ਰਾਜਕਾਲ ਵਿੱਚ ਬੁੱਧ ਧਰਮ ਪੂਰੇ ਏਸ਼ੀਆ ਵਿੱਚ ਫੈਲ ਚੁੱਕਾ ਸੀ, ਪਰ ਕਲਿੰਗਾ ਵਿੱਚ ਹਾਲੇ ਵੀ ਬ੍ਰਾਹਮਣਵਾਦੀ ਵਿਵਸਥਾ ਹੀ ਚੱਲ ਰਹੀ ਸੀ। ਇੰਨਾ ਹੀ ਨਹੀਂ, ਉੱਥੇ ਮਨੂਵਾਦੀ ਆਤੰਕਵਾਦੀ ਹਥਿਆਰਬੰਦ ਹੋ ਕੇ ਨਾਲ ਲੱਗਦੇ ਰਾਜਾਂ ਵਿੱਚ ਆਤੰਕ ਫੈਲਾਇਆ ਕਰਦੇ ਸਨ। ਰਾਜਾ ਅਸ਼ੋਕ ਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਕਈ ਵਾਰ ਰੋਕਿਆ, ਪਰ ਉਹ ਬਾਜ ਨਾ ਆਏ। ਅਖੀਰ ਅਸ਼ੋਕ ਨੇ ਕਲਿੰਗਾ ਤੇ ਹਮਲਾ ਕਰਕੇ ਉੱਥੋਂ ਦੇ ਅਤਿਆਚਾਰੀ ਰਾਜੇ ਨੂੰ ਹਰਾਇਆ। ਇਤਿਹਾਸਕਾਰਾਂ ਦਾ ਅਨੁਮਾਨ ਹੈ ਕਿ ਇਸ ਯੁੱਧ ਵਿੱਚ 1.5 ਲੱਖ ਆਦਮੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਤੇ 1 ਲੱਖ ਆਦਮੀ ਮਾਰੇ ਗਏ ਤੇ ਇਹਨਾਂ ਤੋਂ ਕਈ ਗੁਣਾ ਅਧਿਕ ਜ਼ਖਮੀ ਹੋਏ। ਕਲਿੰਗਾ ਦੀ ਇਸ ਜਿੱਤ ਨਾਲ ਮਗਧ ਰਾਜ ਦੀ ਦੱਖਣੀ ਪੂਰਬੀ ਸੀਮਾ ਬੰਗਾਲ ਦੀ ਖਾੜੀ ਤੱਕ ਪਹੁੰਚ ਗਈ। ਇਸ ਨਾਲ ਸਾਮਰਾਜ ਦੇ ਏਕੀਕਰਨ ਦਾ ਨਿਸ਼ਾਨਾ ਪੂਰਾ ਹੋ ਗਿਆ। ਰਾਜਾ ਅਸ਼ੋਕ ਨੇ ਇਸ ਗੈਰ ਮਾਨਵੀ ਰਾਜ ਦੇ ਅੰਤ ਅਤੇ ਮੁੜ ਮਾਨਵੀ ਰਾਜ ਦੇ ਸਥਾਪਨਾ ਦੇ ਦਿਨ ਨੂੰ ਵਿਜੇ ਦਸ਼ਮੀ ਦਾ ਨਾਂ ਦਿੱਤਾ ਤੇ ਇਹ ਦਿਨ ਬ੍ਰਾਹਮਣਵਾਦ ਉੱਤੇ ਬਹੁਜਨ ਲੋਕਾਂ ਦੀ ਮੁੜ ਜਿੱਤ ਦੇ ਤੌਰ ਤੇ ਹਰ ਸਾਲ ਮਨਾਇਆ ਜਾਣ ਲੱਗਾ। ਕਲਿੰਗਾ ਦੀ ਜਿੱਤ ਦਾ ਰਾਜੇ ਅਸ਼ੋਕ ਦੇ ਵਿਅਕਤੀਗਤ ਤੇ ਰਾਜਨੀਤਿਕ ਜੀਵਨ ਉੱਤੇ ਡੂੰਘਾ ਪ੍ਰਭਾਵ ਪਿਆ। ਇਸ ਜਿੱਤ ਦੇ ਨਤੀਜੇ ਵਜੋਂ ਉਸਨੇ ਯੁੱਧ ਦੀ ਨੀਤੀ ਨੂੰ ਤਿਆਗ ਦਿੱਤਾ ਤੇ ਦਿਗਵਿਜੇ ਦੀ ਥਾਂ ਤੇ ਧੰਮ ਵਿਜੇ ਦੇ ਮਾਰਗ ਨੂੰ ਅਪਣਾ ਲਿਆ ਤੇ ਉਸਨੇ ਆਪਣੀ ਸਾਰੀ ਬੁੱਧੀ ਅਤੇ ਸ਼ਕਤੀ ਨੂੰ ਰਾਜ ਪ੍ਰਬੰਧ ਦਾ ਸੁਧਾਰ ਕਰਨ ਵਿੱਚ ਲਾ ਦਿੱਤਾ।
ਉਹਨਾਂ ਨੇ ਜਨਤਾ ਦੀ ਸੁੱਖ ਸੁਵਿਧਾ ਤੇ ਸ਼ਾਂਤੀ ਲਈ ਜੀਟੀ ਰੋਡਾਂ ਉੱਤੇ 84,000 ਸਤੂਪ ਬਣਾ ਕੇ ਉਹਨਾਂ ਉੱਤੇ ਆਜ਼ਾਦੀ, ਸਮਾਨਤਾ, ਭਾਈਚਾਰਾ, ਬਹੁਜਨ ਹਿਤਾਏ, ਬਹੁਜਨ ਸੁਖਾਏ ਸਿੱਖਿਆਵਾਂ ਦੇ ਸੰਦੇਸ਼ ਲਿਖਵਾਏ ਅਤੇ ਇਹਨਾਂ 84,000 ਸਤੂਪਾਂ ਦੇ ਸਮੂਹਿਕ ਉਦਘਾਟਨ ਸਮੇਂ ਸਭ ਤੇ ਦੀਪਮਾਲਾ ਕਰਵਾਈ ਗਈ ਤੇ ਇਸ ਉਦਘਾਟਨੀ ਦਿਵਸ ਨੂੰ ਪ੍ਰਬੁੱਧ ਭਾਰਤ ਐਲਾਨਿਆ ਗਿਆ ਕਿ ਅੱਜ ਤੋਂ ਸਮੁੱਚਾ ਭਾਰਤ ਬੁੱਧ ਦੀ ਸ਼ਰਨ ਜਾਂਦਾ ਹੈ ਤੇ ਬਾਅਦ ਵਿੱਚ ਇਹ ਦਿਨ ਹਰ ਸਾਲ ਪ੍ਰਬੁੱਧ ਭਾਰਤ ਦਿਵਸ ਦੇ ਤੌਰ ਤੇ ਮਨਾਇਆ ਜਾਣ ਲੱਗਾ। ਅੰਤ ਵਿੱਚ ਮੈਂ ਵਿਜੇ ਦਸ਼ਮੀ ਦੇ ਸ਼ੁਭ ਮੌਕੇ ਤੇ ਕਹਿਣਾ ਚਾਹੁੰਦੀ ਹਾਂ ਕਿ ਸਾਨੂੰ ਹਿੰਦੂਆਂ ਦੇ ਦੁਸ਼ਹਿਰਾ ਤੇ ਦੀਵਾਲੀ ਵਰਗੇ ਤਿਉਹਾਰਾਂ ਦਾ ਤਿਆਗ ਕਰਦੇ ਹੋਏ ਆਪਣੇ ਮਹਾਪੁਰਸ਼ਾਂ ਦੇ ਤਿਉਹਾਰ ਵਿਜੇ ਦਸ਼ਮੀ ਤੇ ਪ੍ਰਬੁੱਧ ਭਾਰਤ ਦਿਵਸ ਨੂੰ ਮਨਾਉਣਾ ਚਾਹੀਦਾ ਹੈ, ਕਿਉਂਕਿ ਜੋ ਕੌਮਾਂ ਆਪਣੇ ਮਹਾਪੁਰਸ਼ਾਂ ਦੇ ਇਤਿਹਾਸ ਨੂੰ ਭੁੱਲ ਜਾਂਦੀਆਂ ਹਨ ਉਹ ਕੌਮਾਂ ਬਹੁਤਾ ਚਿਰ ਜਿਉਂਦੀਆਂ ਨਹੀਂ ਰਹਿ ਸਕਦੀਆਂ। ਧੰਨਵਾਦ। ਜੈ ਭੀਮ, ਜੈ ਭਾਰਤ। ਹੁਣ ਮੈਂ ਬੇਨਤੀ ਕਰਦਾ ਹਾਂ ਮਾਸਟਰ ਕਰਨੈਲ ਜੀ ਉਹ ਪਲੀਜ਼ ਡਾਇਸ ਤੇ ਆਣ ਆ ਕੇ ਅੱਜ ਦੇ ਸਮਾਰੋਹ ਦੇ ਉੱਪਰ ਧੰਮ ਦੇ ਉੱਪਰ ਆ ਕੇ ਆਪਣੇ ਵਿਚਾਰ ਰੱਖਣ ਜੀ। ਮਾਸਟਰ ਕਰਨੈਲ ਜੀ। ਧੰਮਾ ਫੈਡਰੇਸ਼ਨ ਆਫ ਇੰਡੀਆ ਦੇ ਸੱਦੇ ਤੇ ਅੱਜ ਆਪਾਂ ਅਸ਼ੋਕ ਵਿਜੇ ਦਸ਼ਮੀ ਦਾ ਇਹ ਪ੍ਰੋਗਰਾਮ ਮਨਾ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਇਸ ਟੀਮ ਨੂੰ ਵਧਾਈ ਦਿੰਦਾ ਕਿ ਜਿਨ੍ਹਾਂ ਨੇ ਸੱਚਮੁੱਚ ਹੀ ਅਮਲਾਂ ਦੇ ਵਿੱਚ ਸਾਨੂੰ ਮਨੂ ਸਿਮਰਤੀ ਤੋਂ ਮੁਕਤ ਕਰਾਉਣ ਦਾ ਬੀੜਾ ਚੁੱਕਿਆ। ਇਸ ਕਰਕੇ ਇਸ ਟੀਮ ਨੂੰ ਬਹੁਤ ਬਹੁਤ ਵਧਾਈ ਹੈ। ਜਦੋਂ ਅਸੀਂ ਕੋਈ ਤਿਉਹਾਰ ਮਨਾਉਂਦੇ ਹਾਂ, ਚਾਹੇ ਉਹ ਦੀਵਾਲੀ ਹੋਵੇ, ਚਾਹੇ ਉਹ ਕਰਵਾ ਚੌਥ ਹੋਵੇ, ਚਾਹੇ ਕੋਈ ਹੋਰ ਤਿਉਹਾਰ ਹੋਣ ਜਿਹਨੂੰ ਆਪਾਂ ਹਿੰਦੂਵਾਦੀ ਤਿਉਹਾਰ ਕਹਿੰਦੇ, ਸਾਨੂੰ ਇੱਦਾਂ ਲੱਗਦਾ ਕਿ ਉਹ ਅਸੀਂ ਤਿਉਹਾਰ ਨਹੀਂ ਮਨਾ ਰਹੇ, ਉਹ ਅਸੀਂ ਮਨੂ ਸਿਮਰਤੀ ਦੀਆਂ ਜਿਹੜੀਆਂ ਕੜੀਆਂ ਆ ਉਹਨੂੰ ਮਜ਼ਬੂਤ ਕਰ ਰਹੇ ਹਾਂ। ਸਾਨੂੰ ਇੱਦਾਂ ਲੱਗਦਾ ਜਿਹੜੀਆਂ ਕੜੀਆਂ ਉਹ ਸਾਡੀ ਮਾਨਸਿਕਤਾ ਦੇ ਵਿੱਚ ਬਿਲਕੁਲ ਖੁੱਭੀਆਂ ਹੋਈਆਂ ਆ, ਉਹਨਾਂ ਨੂੰ ਕੱਢਣਾ ਬਹੁਤ ਮੁਸ਼ਕਿਲ ਆ। ਔਰ ਧੰਮਾ ਫੈਡਰੇਸ਼ਨ ਆਫ ਇੰਡੀਆ ਇਹ ਕੜੀਆਂ ਨੂੰ ਕੱਢਣ ਵਾਸਤੇ ਲਗਾਤਾਰ ਕੋਸ਼ਿਸ਼ਾਂ ਕਰਦੀ ਆ, ਇਸ ਲਈ ਵੀ ਇਹ ਵਧਾਈ ਦੀ ਪਾਤਰ ਹੈ। ਅਗਲੀ ਜਿਹੜੀ ਮੈਂ ਗੱਲ ਕਹਿਣਾ ਚਾਹੁੰਦਾ ਕਿ ਥੋੜ੍ਹੇ ਦਿਨ ਪਹਿਲਾਂ ਦਿੱਲੀ ਜਵਾਹਰ ਲਾਲ ਯੂਨੀਵਰਸਿਟੀ ਦੀਆਂ ਚੋਣਾਂ ਹੋਈਆਂ। ਉਹ ਚੋਣਾਂ ਦੇ ਵਿੱਚ ਜਿਹੜੀ ਆਰਐਸਐਸ ਦੀ ਭੂਮਿਕਾ ਸੀ ਉਹ ਕੀ ਸੀ? ਉਹਦੇ ਤੋਂ ਬਾਅਦ ਇੱਕ ਚੋਣਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੋਈਆਂ। ਤੁਸੀਂ ਇਮੇਜਿਨ ਕਰੋ, ਉਹ ਆਰਐਸਐਸ ਦੀ ਸਰਪ੍ਰਸਤ ਜਥੇਬੰਦੀ ਜਿਹੜੀ ABVP ਸੀ, ਉਹ ਅਖੀਰਲੇ ਪੌਡੇ ਤੋਂ ਦੂਜੇ ਪੌਡੇ ਤੇ ਆ ਗਈ। ਲਗਾਤਾਰ ਸੈਂਟਰ ਦਾ ਜ਼ੋਰ ਲੱਗਾ, ਪ੍ਰਧਾਨ ਮੰਤਰੀ ਦੇ ਦਫ਼ਤਰ ਤੱਕ ਜ਼ੋਰ ਲੱਗਾ। ਕੋਈ ਸੌਖਾ ਨਹੀਂ ਹੈਗਾ ਆਰਐਸਐਸ ਦਾ ਗਲਬਾ ਤੋੜਨਾ, ਸੌਖਾ ਨਹੀਂ ਹੈਗਾ। ਇਹਦੇ ਲਈ ਬਹੁਤ ਗਹਿਰਾਈ ਦੀ ਲੋੜ ਆ, ਕਿਉਂਕਿ ਵਿਸ਼ਾ ਹੈਗਾ ਆ ਅਸ਼ੋਕ ਦਸ਼ਮੀ ਦਾ। ਵੈਸੇ ਮੈਂ ਵਿਸ਼ਾ ਹੋਰ ਟੱਚ ਕਰ ਲਿਆ, ਜੁੜਦਾ ਇਹਦੇ ਨਾਲ ਹੀ ਆ ਕੇ ਆ ਕਿ ਜੇ ਅਸੀਂ ਆਪਣੇ ਸਮਾਜ ਨੂੰ ਬਚਾਉਣਾ ਆ, ਜੇ ਅਸੀਂ ਆਪਣੀ ਕੌਮ ਨੂੰ ਬਚਾਉਣਾ ਆ, ਤਾਂ ਸਾਨੂੰ ਆਰਐਸਐਸ ਦੀ ਜਿਹੜੀ ਸੀਕ੍ਰੇਟ ਪਾਲਿਸੀ ਆ ਉਹਦਾ ਵੀ ਧਿਆਨ ਰੱਖਣਾ ਪੈਣਾ। ਜੇ ਅਸੀਂ ਇਹ ਤੋਂ ਉੱਕ ਗਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਾਨੂੰ ਉਹ ਤਾਕਤ ਰੋਕ ਨਹੀਂ ਸਕਦੀ ਵੀ ਅਸੀਂ ਗੁਲਾਮ ਹੋਣ ਵੱਲ ਜਾ ਰਹੇ ਹਾਂ। ਸਾਡਾ ਬੇਟਾ ਦਮਨਪ੍ਰੀਤ ਕਹਿ ਕੇ ਗਿਆ ਵੀ ਮਾਨਸਿਕ ਗੁਲਾਮੀ, ਸਰੀਰਕ ਗੁਲਾਮੀ ਤੋਂ ਅਸੀਂ ਮੁਕਤ ਹੋ ਸਕਦੇ ਹਾਂ, ਪਰ ਮਾਨਸਿਕ ਗੁਲਾਮੀ ਤੋਂ ਮੁਕਤੀ ਹਾਸਲ ਕਰਨਾ ਬਹੁਤ ਔਖਾ ਆ। ਡਾਕਟਰ ਅੰਬੇਡਕਰ ਜੀ ਨੇ ਸਾਨੂੰ ਨਾਅਰਾ ਦੇ ਦਿੱਤਾ, ਪੜ੍ਹੋ, ਜੁੜੋ, ਸੰਘਰਸ਼ ਕਰੋ। ਜੇ ਅਸੀਂ ਪੜ੍ਹਾਂਗੇ, ਜੁੜਾਂਗੇ, ਸੰਘਰਸ਼ ਕਰਾਂਗੇ ਤਾਂ ਅਸੀਂ ਇਹ ਗੁਲਾਮੀਆਂ ਤੋਂ ਨਿਜਾਤ ਪਾ ਸਕਦੇ ਹਾਂ। ਦੁਸਹਿਰਾ ਲੋਕ ਮਨਾ ਰਹੇ ਆ ਔਰ ਬੜੇ ਚਾਵਾਂ ਦੇ ਨਾਲ ਜਾਂਦੇ ਆ। ਸਾਡੇ ਲੋਕ
ਔਰ ਆਉਂਦੇ ਕੂਕਾਂ ਚੀਕਾਂ ਮਾਰਦੇ ਉਹੀ ਗੁਲਾਮੀ, ਮਾਨਸਿਕ ਗੁਲਾਮੀ ਦਾ ਅਹਿਸਾਸ ਸਾਨੂੰ ਕਰਾਉਂਦੇ ਆ ਵੀ ਅਸੀਂ ਮਾਨਸਿਕ ਗੁਲਾਮ ਹਾਂ ਹਾਲੇ। ਸੱਚਮੁੱਚ ਹੀ ਮੈਂ ਇਸ ਮੰਚ ਤੋਂ ਅੱਜ ਕਹਿਣਾ ਚਾਹੁੰਦਾ ਕਿ ਆਓ ਆਪਾਂ ਇਕੱਠੇ ਹੋ ਕੇ ਉਹ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜੀਏ ਔਰ ਉਸ ਮਾਨਸਿਕ ਗੁਲਾਮੀ ਤੋਂ ਬਾਹਰ ਆਈਏ। ਆਪਣੇ ਬੱਚੇ ਜਿਹੜੇ ਆ ਉਹਨਾਂ ਨੂੰ ਚੰਗੀ ਸਿੱਖਿਆ ਜਿਹੜੀ ਆ ਉਹ ਦੇਣ ਵੱਲ ਸਿੱਧਤ ਹੋਈਏ। ਇੰਨੀਆਂ ਕੁ ਬੇਨਤੀਆਂ, ਕਿਉਂਕਿ ਮੈਂ ਬਹੁਤੀ ਸਟੱਡੀ ਨਹੀਂ ਕੀਤੀ ਧੰਮਾ ਇਸ ਵਿਸ਼ਿਆਂ ਦੇ ਉੱਤੇ, ਹੁਣ ਮੈਨੂੰ ਲੱਗਦਾ ਕਰਨੀ ਪੈਣੀ, ਕਰਾਂਗੇ। ਵਧਾਈ ਦਿੰਦਾ ਖਾਸ ਤੌਰ 'ਤੇ ਐਡਵੋਕੇਟ ਸੰਜੀਵ ਭੌਰਾ ਨੂੰ, ਜਿਨ੍ਹਾਂ ਨੇ ਆਪਣੀ ਟੀਮ ਦੇ ਨਾਲ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ, ਔਰ ਮਾਨਯੋਗ ਡੀ ਕਲਿਆਣੀ ਜੀ, ਸੋਹਣ ਸਹਿਜਲ ਜੀ, ਔਰ ਜਿਹੜੇ ਵੀ ਇੱਥੇ ਮੁੱਖ ਮਹਿਮਾਨ ਆਏ ਆ ਉਹਨਾਂ ਨੂੰ ਵੀ ਵਧਾਈ ਆ ਕਿ ਉਹ ਇਸ ਜੱਗ ਦੇ ਵਿੱਚ ਆਪਣੀ ਚੰਗੀ ਭੂਮਿਕਾ ਨਿਭਾ ਰਹੇ ਨੇ। ਫਿਰ ਕੋਟ-ਕੋਟ ਵਧਾਈ। ਧੰਨਵਾਦ। ਜੈ ਜਨਤਾ, ਜੈ ਸੰਘਰਸ਼, ਜੈ ਭੀਮ, ਜੈ ਭਾਰਤ, ਲਾਲ ਸਲਾਮ। ਅੱਜ ਅਸ਼ੋਕ ਵਿਜੇ ਦਸ਼ਮੀ ਦੇ ਮੌਕੇ 'ਤੇ ਮੰਚ 'ਤੇ ਵਿਰਾਜਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਡੀ ਕਲਿਆਣੀ ਜੀ, ਮਾਨਯੋਗ ਹੇਮਚੰਦ ਚੌਹਾਨ ਜੀ, ਬਹੁਤ ਹੀ ਸਤਿਕਾਰਯੋਗ ਸਾਡੇ ਰਾਮਪੁਰਾ ਫੂਲ ਉਸ ਸਾਈਡ ਤੋਂ ਜਸਲ ਜੀ, ਔਰ ਪੰਡਾਲ ਦੇ ਵਿੱਚ ਬੈਠੇ ਸਾਰੇ ਹੀ ਬੁੱਧੀਜੀਵੀ ਸਾਥੀ, ਸਤਿਕਾਰਯੋਗ ਸਾਥੀ, ਬੱਚੀਆਂ, ਬੀਬੀਆਂ, ਸਾਰਿਆਂ ਨੂੰ ਜੈ ਭੀਮ, ਨਮੋ ਬੁੱਧਾਏ। ਮੈਂ ਐਡਵੋਕੇਟ ਸੰਜੀਵ ਭੌਰਾ ਅਤੇ ਉਹਨਾਂ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣੀ ਚਾਹੁੰਦਾ ਕਿ ਉਹਨਾਂ ਨੇ ਇੱਕ ਬਹੁਤ ਹੀ ਵਧੀਆ ਜਗ੍ਹਾ 'ਤੇ, ਜਿੱਥੇ ਹਰ ਸਹੂਲਤ ਹੈ, ਅੱਜ ਦੇ ਇਸ ਅਸ਼ੋਕ ਵਿਜੇ ਦਸ਼ਮੀ ਦਾ ਪ੍ਰਬੰਧ ਕੀਤਾ ਹੈ। ਵਧਾਈ ਦੇ ਪਾਤਰ ਨੇ। ਬੜਾ ਮਨ ਖੁਸ਼ ਹੋਇਆ ਕਿ ਸਾਡੇ ਨੌਜਵਾਨ ਸਾਥੀ ਉਹਨਾਂ ਲੀਹਾਂ 'ਤੇ ਚੱਲ ਰਹੇ ਆ ਜਿਹੜੀਆਂ ਕਿ ਸਾਡੇ ਮਹਾਂਪੁਰਸ਼ਾਂ ਨੇ ਪਾਈਆਂ, ਔਰ ਜਿਨ੍ਹਾਂ ਨੂੰ ਅਸੀਂ ਲੋਕ ਜਿਹੜਾ ਉਹ ਅੱਗੇ ਲੈ ਕੇ ਜਾ ਰਹੇ ਹਾਂ। ਅਸ਼ੋਕ ਵਿਜੇ ਦਸ਼ਮੀ ਦੇ ਸੰਬੰਧ ਦੇ ਵਿੱਚ ਮਹਾਰਾਜਾ ਅਸ਼ੋਕ ਦੀ ਗੱਲ ਕਰ ਸਕਦੇ ਹਾਂ, ਭਗਵਾਨ ਬੁੱਧ ਦੀ ਗੱਲ ਕਰ ਸਕਦੇ ਹਾਂ, ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਗੱਲ ਕਰ ਸਕਦੇ ਹਾਂ, ਮਾਨਵਤਾਵਾਦੀ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਬਾਰੇ ਗੱਲ ਕਰ ਸਕਦੇ ਹਾਂ। ਬੜਾ ਲੰਮਾ ਚੌੜਾ ਵਿਸ਼ਾ। ਅਤੇ ਫਿਰ ਜਿਹੜਾ ਮੁੱਖ ਮੁੱਦਾ ਉਹ ਇਹੀ ਆ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਬਹੁਜਨ ਸਮਾਜ ਔਰ ਇਸ ਦੇਸ਼ ਦੇ ਸਮੁੱਚੇ ਦੇਸ਼ ਦੇ ਲਈ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਦਾ ਇੱਕੋ ਇੱਕ ਹੱਲ ਦੱਸਿਆ ਸੀ, ਬੁੱਧ ਧਰਮ ਨੂੰ ਅਡੋਪਟ ਕਰਨਾ। ਅਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀਆਂ ਹੋਰ ਗੱਲਾਂ ਤਾਂ ਕਾਫੀ ਪੜ੍ਹਦੇ ਸੁਣਦੇ ਹਾਂ, ਪਰ ਜਦੋਂ ਬੁੱਧ ਧਰਮ ਦੇ ਵਿੱਚ ਪ੍ਰਵੇਸ਼ ਕਰਨ ਦੀ ਗੱਲ ਆਉਂਦੀ ਆ ਅਤੇ ਉਦੋਂ ਅਸੀਂ ਜਿਹੜੀ ਖੁਰਾਕ ਦੇ ਲਈ ਨਹੀਂ ਦਿਖਾਉਂਦੇ। ਹੁਣ ਖੁਸ਼ੀ ਹੈ ਕਿ ਇਸ ਗੱਲ ਵੱਲ ਇਹ ਜਿਹੜੀ ਗੱਲ ਹੈ ਅੱਗੇ ਵੱਧ ਰਹੀ ਆ, ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਬੜਾ ਜ਼ੋਰ ਲਾਇਆ ਕਿ ਹਿੰਦੂ ਧਰਮ ਸੁਧਰ ਜਾਵੇ। ਮਹਾੜ ਤਲਾਬ ਪਾਣੀ ਦਾ ਮੋਰਚਾ, ਕਾਲਾ ਰਾਮ ਮੰਦਰ ਦਾ ਪ੍ਰਵੇਸ਼, ਮਨੂ ਸਿਮਰਤੀ ਨੂੰ ਜਲਾਉਣਾ, ਇਹ ਕੋਈ ਤਮਾਸ਼ੇ ਨਹੀਂ ਸੀ ਕਰਦੇ। ਇਹਨਾਂ ਦਾ ਕੋਈ ਉਦੇਸ਼ ਸੀਗਾ, ਉਹਨਾਂ ਜਿਨ੍ਹਾਂ ਦੇ ਵਿੱਚ ਬੁਰਾਈਆਂ ਉਹਨਾਂ ਨੂੰ ਝੰਜੋੜਨਾ ਔਰ ਆਪਣੇ ਸਮਾਜ ਨੂੰ ਜਾਗਰਤ ਕਰਨਾ ਕਿ ਦੇਖੋ ਤੁਹਾਡਾ ਕੀ ਹਾਲ ਆ। ਬਾਬਾ ਸਾਹਿਬ ਨੇ ਆਖਰ ਤੱਕ ਕੋਸ਼ਿਸ਼ ਕੀਤੀ ਕਿ ਹਿੰਦੂ ਧਰਮ ਵਿੱਚ ਸੁਧਾਰ ਆਵੇ, ਘੱਟੋ ਘੱਟ ਜਿਹੜੀ ਬਰਾਬਰੀ ਆ, ਸਮਾਨਤਾ, ਚਤੁਰਵਰਨ ਵਿਵਸਥਾ, ਜਾਤ ਪਾਤ ਊਚ ਨੀਚ ਇਹ ਖਤਮ ਹੋ ਜਾਏ, ਸਿਰਫ ਇੱਕ ਮੁੱਦਾ ਬਰਾਬਰੀ ਦਾ ਇਹੀ ਮਿਲ ਜਾਏ ਤਾਂ ਅਸੀਂ ਹਿੰਦੂ ਧਰਮ ਦੇ ਵਿੱਚ ਰਹਿਣ ਲਈ ਤਿਆਰ ਹਾਂ। ਪਰ ਉਹਨਾਂ ਦੀਆਂ ਸੁਧਾਰਵਾਦੀ ਗੱਲਾਂ ਦਾ ਵੀ ਬੜਾ ਵਿਰੋਧ ਹੋਇਆ। ਆਪਣੇ ਜ਼ਿੰਦਗੀ ਦੇ ਅਖੀਰ ਦੇ ਵਿੱਚ ਉਹ ਬਲਕਿ ਬਹੁਤ ਪਹਿਲਾਂ ਤੋਂ ਲੜਦੇ ਸੰਘਰਸ਼ ਕਰਦੇ ਅਤੇ ਅੰਤ ਉਹਨਾਂ ਨੇ ਫੈਸਲਾ ਕੀਤਾ ਕਿ ਇਹ ਲੋਕ ਸੁਧਰਨ ਵਾਲੇ ਨਹੀਂ ਹੈ। ਇਸ ਲਈ ਉਹਨਾਂ ਨੇ ਇਸ ਦੇਸ਼ ਦੀ ਮਹਾਨ ਵਿਰਾਸਤ, ਸ਼ਾਨਦਾਰ ਵਿਰਾਸਤ, ਜਿਹਨੂੰ ਕਿ ਦੁਨੀਆ ਮੰਨਦੀ ਆ, ਉਹ ਤੁਹਾਨੂੰ ਗਲੀ ਮੁਹੱਲਿਆਂ ਪਿੰਡਾਂ 'ਚੋਂ ਕੱਢ ਕੇ ਦੁਨੀਆ ਦੇ ਭਾਈਚਾਰੇ ਦੇ ਲੜ ਲਾਤਾ। ਬਹੁਤ ਵੱਡੀ ਪ੍ਰਾਪਤੀ ਆ ਔਰ ਇਹਦੀ ਮਹੱਤਵ ਅਸੀਂ ਅਜੇ ਤੱਕ ਵੀ ਨਹੀਂ ਸਮਝੇ। ਬੜੀ ਹੈਰਾਨੀ ਦੀ ਗੱਲ ਆ ਔਰ ਸਾਡੇ ਸੋਚਣ ਦਾ ਵਿਸ਼ਾ ਆ। ਮੈਨੂੰ ਕਿਹਾ ਗਿਆ ਕਵਿਤਾ ਬੋਲਣ ਲਈ, ਤੋ ਸੰਦੇਸ਼ ਅੱਜ ਦਾ ਇਹੀ ਮੇਨ ਹੋਣਾ ਚਾਹੀਦਾ ਕਿ ਅਸੀਂ ਉਹਨਾਂ ਦੇ ਦਰਸਾਏ ਧੰਮ ਮਾਰਗ
ਦੇਖੋ ਸਾਡੀਆਂ ਸਮੱਸਿਆਵਾਂ ਬਹੁਤ ਆ, ਪਰ ਬਾਬਾ ਸਾਹਿਬ ਨੇ ਉਹਨਾਂ ਸਮੱਸਿਆਵਾਂ ਦੇ ਹੱਲ ਦੱਸੇ, ਆਲਟਰਨੇਟਿਵ ਦਿੱਤੇ ਆ। ਜਦੋਂ ਤੱਕ ਤੁਹਾਡੇ ਕੋਲ ਕੋਈ ਵਧੀਆ ਆਲਟਰਨੇਟਿਵ ਨਾ ਹੋਵੇ ਤੁਸੀਂ ਕਿਸੇ ਪਾਸੇ ਜਾ ਨਹੀਂ ਸਕਦੇ। ਇਸ ਕਰਕੇ ਜਿਹੜਾ ਧਾਰਮਿਕ ਆਲਟਰਨੇਟਿਵ ਆ ਉਹ ਤੁਹਾਨੂੰ ਬੁੱਧ ਧਰਮ ਦਿੱਤਾ, ਪੋਲੀਟੀਕਲ ਉਹਨੀ ਪਾਰਟੀਆਂ ਸਥਾਪਿਤ ਕੀਤੀਆਂ, ਸੰਗਠਨ ਬਣਾਏ ਆ, ਬੜੇ ਉਹਨਾਂ ਦੀ ਕੰਟਰੀਬਿਊਸ਼ਨ ਆ। ਜੇ ਲੈਕਚਰ ਕਰੀ ਤਾਂ ਮਤਲਬ ਇਹਦਾ ਬਹੁਤ ਟਾਈਮ ਲੱਗਦਾ। ਤਾਂ ਮੈਂ ਕਵਿਤਾ ਦੇ ਕੁਝ ਬੰਦ ਤੁਹਾਡੇ ਨਾਲ ਸਾਂਝੀ ਕਰਾਂਗਾ। ਵੈਦਿਕ ਧਰਮ ਜਾਂ ਬ੍ਰਾਹਮਣਵਾਦ ਆਖੋ, ਵੈਦਿਕ ਧਰਮ ਜਾਂ ਬ੍ਰਾਹਮਣਵਾਦ ਆਖੋ, ਹਿੰਦੂਵਾਦ ਕਹਿ ਲਓ ਗੱਲ ਇੱਕ ਹੀ ਹੈ, ਅਸਲ ਵਿੱਚ ਹੈ ਸਾਰੀ ਹੀ ਰਾਜਨੀਤੀ। ਐਵੇਂ ਧਰਮ ਵਾਲੀ ਉਤੋਂ ਦੇਖ ਹੀ ਹੈ, ਲੋਕ ਰਾਜ ਦੇ ਨਾਲ ਵਿਰੋਧ ਪੂਰਾ, ਇਹਦਾ ਕੇਂਦਰੀ ਬਿੰਦੂ ਮਨੁੱਖ ਨਹੀਂ ਹੈ, ਇੱਕ ਵਰਗ ਦੀ ਚੜ੍ਹਤ ਹੈ ਇਸ ਅੰਦਰ, ਇਹਦੇ ਵਿੱਚ ਸਰਬੱਤ ਲਈ ਸੁੱਖ ਨਹੀਂ ਹੈ। ਭਾਈਚਾਰੇ ਆਜ਼ਾਦੀ ਦਾ ਘੋਰ ਦੁਸ਼ਮਣ, ਜਿੱਥੋਂ ਬਾਬਾ ਸਾਹਿਬ ਸਾਨੂੰ ਕੱਢਣਾ ਚਾਹੁੰਦੇ ਸੀ। ਭਾਈਚਾਰੇ ਆਜ਼ਾਦੀ ਦਾ ਘੋਰ ਦੁਸ਼ਮਣ, ਇਹਦੇ ਵਿੱਚ ਨਾ ਕੋਈ ਸਮਾਨਤਾ ਹੈ, ਬਾਬਾ ਸਾਹਿਬ ਕਹਿੰਦੇ ਇਹਦਾ ਛੱਡੋ ਖਹਿੜਾ, ਜਾਤੀਵਾਦ ਨੂੰ ਜਿਹਦੇ ਵਿੱਚ ਮਾਨਤਾ ਹੈ। ਜਿਹੜਾ ਤੁਸਾਂ ਨੂੰ ਚੂੜੇ ਚ ਮਾਰ ਕਹਿੰਦਾ, ਉਸ ਧਰਮ ਨੂੰ ਜੱਫਾ ਕਿਉਂ ਮਾਰੀ ਬੈਠੇ, ਜਿਹੜਾ ਤੁਸਾਂ ਨੂੰ ਨੀਵੀਆਂ ਜਾਤਾਂ ਕਹਿੰਦਾ, ਉਹਦੀ ਆਰਤੀ ਕਿਉਂ ਉਤਾਰੀ ਬੈਠੇ, ਜਿਹੜਾ ਕਹਿੰਦਾ ਕਿ ਤੁਸੀਂ ਹੋ ਕੋਟੇ ਵਾਲੇ, ਉਹਦੇ ਵਿੱਚ ਕਿਉਂ ਜੂਨ ਗੁਜ਼ਾਰੀ ਬੈਠੇ, ਜਿਹੜਾ ਪੁੱਛਦਾ ਤੁਸੀਂ ਹੋ ਕੌਣ ਹੁੰਦੇ, ਐਸੇ ਧਰਮ ਲਈ ਕਿਉਂ ਚੁੱਪ ਧਾਰੀ ਬੈਠੇ, ਜਿਹੜਾ ਧਰਮ ਤੁਹਾਨੂੰ ਜ਼ਲੀਲ ਕਰਨਾ ਆਪਣਾ ਹੱਕ ਜਮਾਂਦਰੂ ਮੰਨਦਾ ਹੈ, ਬਾਬਾ ਸਾਹਿਬ ਕਹਿੰਦੇ ਇਹਦਾ ਛੱਡੋ ਖਹਿੜਾ, ਸਾਡੇ ਪੈਰੀਂ ਜੰਜੀਰਾਂ ਜੋ ਬੰਨਦਾ ਹੈ। ਮੈਂ ਚਾਹੁੰਦਾ ਕਿ ਚੁੱਪਚਾਪ ਜਿਹੜੀ ਕਵਿਤਾ ਸੁਣੋ, ਕੋਈ ਰਿਸਪੌਂਸ ਦਿਓ, ਪਤਾ ਲੱਗੇ। ਜਿਹੜਾ ਕਹਿੰਦਾ ਇਨਸਾਨ ਦੀ ਛੋ ਮਾੜੀ, ਕੁੱਤੇ ਬਿੱਲੀਆਂ ਨੂੰ ਲੇਕਿਨ ਛੋ ਸਕਦੇ, ਜਿਹੜਾ ਕਹਿੰਦਾ ਸਕੂਲ ਨਹੀਂ ਜਾ ਸਕਦੇ, ਜਿਹੜਾ ਕਹਿੰਦਾ ਅਮੀਰ ਨਹੀਂ ਹੋ ਸਕਦੇ, ਜਿਹੜਾ ਕਹਿੰਦਾ ਹਥਿਆਰ ਨਹੀਂ ਰੱਖ ਸਕਦੇ, ਜ਼ੁਲਮ ਕਿੰਨਾ ਵੀ ਹੋਵੇ ਨਹੀਂ ਰੋ ਸਕਦੇ, ਤੁਸੀਂ ਪੀੜ੍ਹੀ ਦਰ ਪੀੜ੍ਹੀ ਗੁਲਾਮ ਜੰਮੇ, ਕਦੇ ਨਹੀਂ ਗੁਲਾਮੀਆਂ ਧੋ ਸਕਦੇ, ਗਾਲ ਕੱਢ ਕੇ ਜਿਹੜਾ ਬੁਲਾਉਂਦਾ ਅੱਜ ਵੀ, ਗਾਲ ਕੱਢ ਕੇ ਜਿਹੜਾ ਬੁਲਾਉਂਦਾ ਅੱਜ ਵੀ, ਸਾਡਾ ਮਾਣ ਸਨਮਾਨ ਨਹੀਂ ਰਹਿਣ ਦਿੱਤਾ, ਬਾਬਾ ਸਾਹਿਬ ਕਹਿੰਦੇ ਦਾ ਛੱਡੋ ਖਹਿੜਾ, ਜਿਹਨੇ ਸਾਨੂੰ ਇਨਸਾਨ ਨਹੀਂ ਰਹਿਣ ਦਿੱਤਾ। ਜਿਹੜੇ ਧਰਮ ਨੇ ਅੱਧੀ ਆਬਾਦੀ ਨੂੰ ਹੀ, ਬੀਬੀਆਂ ਭੈਣਾਂ ਦੀ ਗੱਲ ਕਰ ਰਿਹਾ, ਜਿਹੜੇ ਧਰਮ ਨੇ ਅੱਧੀ ਆਬਾਦੀ ਨੂੰ ਹੀ ਪਾਪ ਯੋਨੀ ਅਯਾਸ਼ ਗਵਾਰ ਮੰਨਿਆ, ਦਾਸੀ ਦੇਵਦਾਸੀ ਵਿਧਵਾ ਆਖਿਆ ਹੈ, ਜਗ ਜਨਨੀ ਨੂੰ ਗੰਦੀ ਬਦਕਾਰ ਮੰਨਿਆ, ਬਾਲ ਵਿਆਹ ਦਹੇਜ ਭਰੂਣ ਹੱਤਿਆ, ਜਿਉਂਦੀ ਸਾੜਿਆ
ਧਰਤ ਤੇ ਭਾਰ ਮੰਨਿਆ, ਕਦੇ ਕਿਹਾ ਰਖੇਲ ਚੜੇਲਿਓ ਨੂੰ, ਕਦੇ ਵਿਕਦੀ ਸ਼ਰੇ ਬਾਜ਼ਾਰ ਮੰਨਿਆ। ਜਿਹੜੇ ਧਰਮ ਨੇ ਸਾਡੀਆਂ ਔਰਤਾਂ ਨੂੰ, ਜਿਹੜੇ ਧਰਮ ਨੇ ਸਾਰੀਆਂ ਔਰਤਾਂ ਨੂੰ ਜੁੱਤੀ ਪੈਰ ਦੀ ਆਖ ਅਪਮਾਨ ਕੀਤਾ, ਬਾਬਾ ਸਾਹਿਬ ਕਹਿੰਦੇ ਇਹਦਾ ਛੱਡੋ ਖੇੜਾ, ਜਿਹੜੇ ਧਰਮ ਨੇ ਇਹਨਾਂ ਨੁਕਸਾਨ ਕੀਤਾ। ਕਦੇ ਸੋਚਿਆ ਹੈ ਕਿ ਅੱਜ ਤੱਕ ਵੀ ਇੱਜ਼ਤ ਆਬਰੂ ਕਿਨਾਂ ਦੀ ਲੁੱਟੀ ਜਾਂਦੀ, ਘਰ ਕਿਨਾਂ ਦੇ ਅਕਸਰ ਸਾੜੇ ਜਾਂਦੇ, ਪੁਲਿਸ ਕਿਨਾਂ ਨੂੰ ਅੱਜ ਵੀ ਕੁੱਟੀ ਜਾਂਦੀ। DFI ਦੇ ਜੋ ਕਾਰਜਕਰਤਾ ਨੇ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਅੱਜ ਦੇ ਮਾਣਯੋਗ ਸੁਧੀਰ ਸਿੰਘ ਰਾਜ ਜੀ ਔਰ ਡਾਕਟਰ ਕਰਮਵੀਰ ਸਿੰਘ ਜੀ ਉਹਨਾਂ ਨੂੰ ਜੋ ਬੁੱਕੇ ਦੇ ਕੇ ਸਨਮਾਨਿਤ ਕੀਤਾ ਜਾਵੇ। DFI ਦੇ ਕਾਰਜਕਰਤਾ ਦਮਨਪ੍ਰੀਤ ਰਾਜਨ ਜੀ ਔਰ ਨਿਰਮਲ ਗੁਰੂ। ਸਾਥੀਓ, ਨਾਰੇ ਦਾ ਜਵਾਬ ਨਾਰੇ 'ਚ ਦੇਣਾ, ਜੈ ਭੀਮ, ਜੈ ਭੀਮ। ਬਾਬਾ ਸਾਹਿਬ ਤੁਹਾਡੀ ਸੋਚ ਤੇ, ਬਾਬਾ ਸਾਹਿਬ ਤੁਹਾਡੀ ਸੋਚ ਤੇ ਨਿਰੰਤਰ ਟੀਮ 22 ਤੋਂ ਜਿਹੜਾ ਕੰਮ ਕਰ ਰਹੇ ਆ। ਅਸੀਂ ਇਹਨਾਂ ਦੇ ਅੱਜ ਬਹੁਤ ਹੀ ਜਿਹੜੇ ਕੀਮਤੀ ਵਿਚਾਰ ਆ ਗ੍ਰਹਿਣ ਕਰਕੇ ਜਾਣਾ। ਹੁਣ ਮੈਂ ਬੇਨਤੀ ਕਰਦਾ ਡਾਇਸ ਤੇ ਬਿਹਾਰੀ ਲਾਲ ਸਿੰਘੀ ਜੀ ਆ ਕੇ ਆਪਣੇ ਜੋ ਕੀਮਤੀ ਆ ਉਹ ਵਿਚਾਰ ਰੱਖਣ ਜੀ। ਇਸ ਪਵਿੱਤਰ ਦਿਹਾੜੇ ਦੇ ਉੱਤੇ ਇਸ ਕਮਿਊਨਿਟੀ ਸੈਂਟਰ ਦੇ ਵਿੱਚ DFI ਦੇ ਸੱਦੇ ਦੇ ਉੱਤੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦੇ ਸਾਡੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਵੈਲਕਮ, ਜੀ ਆਇਆਂ ਨੂੰ। ਕਿਉਂਕਿ ਹੁਣ ਸਾਡੇ ਕੋਲ ਅੱਜ ਬਹੁਤ ਅੱਛੇ ਬੁਲਾਰੇ ਨੇ ਧੰਮ ਦੇ ਉੱਤੇ ਬੋਲਣ ਦੇ ਲਈ। ਡਾਕਟਰ ਅੰਬੇਦਕਰ ਸਾਹਿਬ ਦੇ ਉੱਤੇ ਜਿਨ੍ਹਾਂ ਨੇ ਬਹੁਤ ਸਾਰਾ ਕੰਮ ਕੀਤਾ ਹੈ, ਉਹ ਬੁਲਾਰੇ ਨੇ ਸਾਡੇ ਕੋਲ। ਤੇ ਮੈਨੂੰ ਹੁਕਮ ਹੋਇਆ ਕਿ ਮੈਂ 2-4 ਮਿੰਟਾਂ ਦੇ ਵਿੱਚ ਹੀ ਤੁਹਾਡੇ ਮੁਖਾਤਿਬ ਹੋਵਾਂ, ਕਿਉਂਕਿ ਮੈਂ ਜ਼ਿਆਦਾ ਵਿਸ਼ੇ ਵੱਲ ਨੂੰ ਨਹੀਂ ਜਾਂਦਾ। ਮੈਂ ਸਿਰਫ ਉਹਨਾਂ ਦੇ ਡਾਕਟਰ ਅੰਬੇਦਕਰ ਸਾਹਿਬ ਦੇ ਮੂਲ ਮੰਤਰ ਪੜ੍ਹੋ, ਜੁੜੋ ਤੇ ਸੰਘਰਸ਼ ਕਰੋ ਵੱਲ ਨੂੰ ਜਾਣਾ ਕਿ ਸਾਡੇ ਲਈ ਉਹਨਾਂ ਨੇ ਪੜ੍ਹਨ ਦੇ ਉੱਤੇ ਕਿੰਨਾ ਸਟ੍ਰੈਸ ਦਿੱਤਾ ਹੈ, ਕਿੰਨਾ ਜ਼ੋਰ ਪਾਇਆ ਹੈ ਕਿ ਇੱਕ ਸਾਡੀ ਵਿੱਦਿਆ ਹੈ ਜਿਹੜਾ ਸਾਨੂੰ ਚੰਗੇ ਮਾੜੇ ਦੇ ਵਿੱਚ ਵਿਤਕਰਾ ਹੁੰਦਾ ਜਿਹੜਾ ਉਹਨੂੰ ਸਮਝਾਉਂਦਾ ਹੈ। ਪੜ੍ਹਾਈ ਦੇ ਨਾਲ ਹੀ ਸਾਨੂੰ ਸਾਰਾ ਕੁਝ ਪਤਾ ਲੱਗਦਾ ਹੈ ਕਿ ਸਾਡਾ ਇਤਿਹਾਸ ਕੀ ਸੀ। ਅਸੀਂ ਉਸ ਇਤਿਹਾਸ ਤੋਂ ਜਾਣੂ ਹੋ ਕੇ ਉਸ ਤੋਂ ਸੇਧ ਲੈ ਕੇ ਆਪਣੇ ਆਪ ਨੂੰ, ਆਪਣੇ ਸਮਾਜ ਨੂੰ ਕੋਈ ਅੱਛੀਆਂ ਲੀਹਾਂ ਤੇ ਪਾ ਸਕੀਏ। ਔਰ ਪੜ੍ਹਾਈ ਤੋਂ ਮਤਲਬ ਸਿਰਫ ਡਿਗਰੀਆਂ ਹਾਸਲ ਕਰਨਾ ਨਹੀਂ, ਸਾਡੇ ਨਾਲ ਕੀ ਵਿਸ਼ਵਾਸਘਾਤ ਹੋਇਆ। ਕਿਉਂਕਿ ਮੈਂ ਪੂਨਾ ਪੈਕਟ ਦੀ ਗੱਲ ਕਰਾਂ ਤੇ ਬਹੁਤ ਸਾਰੇ ਆਈਟਮਾਂ ਇੱਦਾਂ ਦੀਆਂ ਹੈਗੀਆਂ ਜਿਨ੍ਹਾਂ ਦੇ ਨਾਲ ਸਾਡੇ ਸਮਾਜ ਨਾਲ ਪੜ੍ਹਾਈ ਘੱਟ ਹੋਣ ਦੀ ਵਜ੍ਹਾ ਦੇ ਨਾਲ ਨੁਕਸਾਨ ਉਠਾਣੇ ਪਏ। ਅਸੀਂ ਉਸ ਨੁਕਸਾਨ ਝੱਲੇ, ਸਾਡੇ ਉਸ ਬਜ਼ੁਰਗਾਂ ਨੇ ਨੁਕਸਾਨ ਝੱਲੇ ਔਰ ਸਾਡੇ ਰਹਿਬਰ ਉਹਨਾਂ ਨੇ ਸਾਨੂੰ ਬਹੁਤ ਸਾਰਾ ਸਿੱਖਿਆ ਦਿੱਤੀ ਕਿ ਅਸੀਂ ਸਿੱਖਿਅਤ ਹੋਈਏ। ਜੁੜਨ ਤੋਂ ਮਤਲਬ ਸਿਰਫ ਇਕੱਠੇ ਹੋਣਾ ਨਹੀਂ, ਆਪਣੇ ਵਿਚਾਰਾਂ ਦੀ ਸਾਂਝ ਹੈ। ਔਰ ਵਿਚਾਰਾਂ ਦੀ ਸਾਂਝ ਜਿਹੜੀ ਹੈਗੀ ਹੈ, ਕਿਉਂਕਿ ਅਸੀਂ ਛੋਟੀ ਗੱਲ ਤੋਂ ਇੱਕ ਦੂਜੇ ਦੇ ਨਾਲ ਬਿਖਰੀਏ ਨਾ, ਸੁਚਾਰੂ ਰੂਪ ਦੇ ਨਾਲ ਅਸੀਂ ਆਪਣੇ ਆਪ ਨੂੰ ਅੱਗੇ ਲੈ ਕੇ ਜਾਈਏ। ਔਰ ਐਜੀਟੇਟਰ ਦਾ ਮਤਲਬ ਸਾਨੂੰ ਕੋਈ ਝੰਡਾ ਚੁੱਕ ਕੇ ਜਿੰਦਾਬਾਦ ਮੁਰਦਾਬਾਦ ਨਹੀਂ ਕਰਨਾ ਹੈ। ਸਿਰਫ ਸਾਡੇ ਵਿਚਾਰਾਂ ਦੀ ਐਜੀਟੇਸ਼ਨ ਦੀ ਜ਼ਰੂਰਤ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ, ਸਹੀ ਨੂੰ ਤੇ ਗਲਤ ਨੂੰ ਪਹਿਚਾਨ ਸਕੀਏ
ਔਰ ਜਿਹਦੇ ਨਾਲ ਅਸੀਂ ਆਪਣੇ ਰਸਤੇ ਨੂੰ ਸਿੱਧਾ ਕਰ ਸਕੀਏ, ਬਹੁਤ ਅੱਛਾ ਕਰ ਸਕੀਏ। ਮੈਂ ਇੰਨਾ ਕਹਿੰਦਾ ਹੋਇਆ ਖੇਮਾ ਦਾ ਜਾਚਕ ਹਾਂ। ਬਹੁਤ ਬਹੁਤ ਧੰਨਵਾਦ। ਵਿੱਚ ਆਪਣੀ ਗੱਲ ਸਮਾਪਤ ਕਰਾਂਗਾ ਕਿਉਂਕਿ ਕਲਿਆਣੀ ਸਾਹਿਬ ਜੋ ਹੋਰ ਵਕਤਾ ਨੂੰ ਸੁਣਨਾ। ਅੱਜ ਦੇ ਇਤਿਹਾਸਿਕ ਦਿਨ ਤੇ ਬਾਬਾ ਸਾਹਿਬ ਅੰਬੇਡਕਰ ਨੇ 1956 ਦੇ ਵਿੱਚ ਦੀਕਸ਼ਾ ਭੂਮੀ 'ਚ ਜਿਹੜਾ ਭਾਸ਼ਣ ਦਿੱਤਾ ਸੀ, ਬਾਬਾ ਸਾਹਿਬ ਅੰਬੇਡਕਰ ਨੇ ਉਸ ਭਾਸ਼ਣ ਦੇ ਵਿੱਚ ਨਾਗਪੁਰ ਹੀ ਕਿਉਂ ਚੁਣਿਆ, ਇਸ ਗੱਲ ਨੂੰ ਐਕਸਪਲੇਨ ਕੀਤਾ ਸੀ ਕਿ ਨਾਗਪੁਰ ਦੀ ਧਰਤੀ ਸਾਨੂੰ ਇਹ ਯਾਦ ਦਿਲਾਉਂਦੀ ਹੈ ਕਿ ਨਾਗ ਆਰਿਆ ਵਰਸਸ ਅਨਾਰਿਆ ਦੀ ਜਿਹੜਾ ਯੁੱਧ ਸੀ, ਅਸੀਂ ਇਸ ਦੇਸ਼ ਦੇ मूल निवासी लोग सी और आर्य ब्राह्मण लोगों ने विदेश तो आके सानू इत्थे हराया और सानू गुलाम बनाया। 1956 का भाषण तो सेध लेंदे हुए आज इस देश के अंदर जिहड़ा ब्राह्मण हमेशा एक्शन करता सी और इस देश का मूल निवासी बहुजन समाज रिएक्शन करता सी। हुणे थोड़े दिन पहला अमेरिका दे विच वर्ल्ड हिंदू कॉन्फ्रेंस हुई। RSS का चीफ मोहन भागवत की कहता अमेरिका च जाके, जिथे सारे केंद्रीय मंत्री भारत के मौजूद सी, कि ब्राह्मण इस देश का मूल निवासी है। 1956 च बाबा साहब अंबेडकर ने जिहड़ी गल कही सी कि असी इस देश के मूल निवासी लोग आ, अज आपां लोग जय भीम का उद्घोष करते हैं, पर जदों असी जय भीम जय भारत जय मूल निवासी कहते हैं तो एक मैसेज आता है कि इस देश के अंदर कोई विदेशी भी है। अज पूरे यूनिवर्सिटियां के सिलेबस चेंज हो रहे हैं। अज अशोका विजय दशमी मनानी भी उस संस्कृति को चेंज करने वाला एक बहुत बड़ा प्रोग्राम है इस देश के अंदर। और मैं तम्मा फेडरेशन ऑफ इंडिया नू बधाई देना चाहता कि इन्होंने मूल निवासियों की संस्कृति को जिंदा किया है, क्योंकि मूल निवासियों की संस्कृति उही है। साडे त्योहार सी, असी आर्य ब्राह्मणों के त्योहार मनाते आए आज तक। राम और रावण का कभी युद्ध नहीं होया। ऐसे करके बाबा साहब अंबेडकर ने डिटेल्स ऑफ हिंदुइज्म लिखी। राम और कृष्ण की पहेली, जिहड़ियां चीज़ां सच्चियां नहीं होंदियां वो पहेलियां होंदियां। इस करके इस देश के अंदर जिहड़ा आर्य वर्सेस अनार्य मूल निवासी दा युद्ध चल रहा है, उसनूं मंजिल और मकसूद ते पहुंचाना है। जदों असीं अपने आप नूं मूल निवासी कह के लोकां च प्रचारित करांगे इस देश के अंदर, तो तुसीं देखते होगे व्हाट्सएप फेसबुक तुसीं सारे चलाने वाले लोग हैं कि जिहड़ा मुस्लिम कदी भी साडे नाल नहीं खड़ा होया सी, सिख समाज के साडे लोग कदी नाल नहीं खड़े होए सी, अज वो लोग इस देश के अंदर अपने आप को मूल निवासी कह के, सब तो बड़ी गल ओबीसी अपने आप को मूल निवासी कह रहा है। इस करके इस जंग को होर तेज करना है और तम्मा फेडरेशन ऑफ इंडिया ने जिहड़ा काम उलीकिया है उन्होंने आप होर अगे बढ़ाइए ताकि जो इन्हां दी ताकत बने और समाज की ताकत बने। इन्हां सब शब्दों नाल आप सब तो रजा। जय भीम जय भारत जय मूल निवासी। नमो बुद्धाय।